बीवी दे सूट दी सिलैक्शन दे विच हिस्सा पावे, फिर उदों बाद तैयार रहे 3-4 बार वापस करन लई। ते जे वो पति उहदी प्रशंसा नहीं करदा ते फायदा की? एक सूत्र है, कंपैरिजन किसे नाल नहीं, कदे कदे प्रशंसा। पत्नी दे पेकियां दे बारे कोई गलत लफ्ज ना बोलो कदे, जबकि मुंडे तां गालां ही ये गल्लां ते तां ही तां मुंडियां दी जिंदगी भी तां खराब ये कोई डायलॉग कर सकदे? इन्ना कॉन्फिडेंस मैम की खाने हो फिर तुसीं? हुण ये दसना बनदा, देखो भी स्किन ते इन्ना ग्लो आ ना। जे वधिया लग्या होगा तो आ गए तो फिर की आ, आना तो वापस मेरे को ही है इन्होंने। है ना, देखो जिवें मतलब बहुत है फुल्लां तरह बोलदे ने। नहीं वो तो सूट साट तो लेंदी है, सूट वगैरह नाल ले जाती है ते गहने गुणे दा नहीं है मैनूं। हर उम्र दे विच रखिया जा सकता है उत्साह कायम, उम्र दा कोई लिंक नहीं है। मैं वो मेरे नाल बैठे तो मैं उन्होंने कहा कमल साहब कि तुसी बैठे बैठे बोल दो, कहते क्यों? मैं खड़ के बोलूँ? तो खड़ के बोले हो 96 साल की उम्र च। तो मैं आर्टिकल च कहा सी कि कदे भी कुड़ी नूं अपनी जिंदगी बारे कुछ नहीं दसना चाहिए अपने पति नूं। जदों मुंडा लोअर कास्ट दा हो गया ना, ਤਾਂ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਸੱਚਮੁੱਚ ਹੀ ਨਰਕ ਬਣ ਸਕਦੀ ਹੈ ਤੇ ਜ਼ਿਆਦਾ ਗਿੱਤੀ 'ਚ ਬਣ ਰਹੀ ਹੈ। ਮੇਰੇ ਖਿਆਲ 'ਚ ਹਲੇ ਘੱਟੋ ਘੱਟ 50 ਸਾਲ ਜਦੋਂ ਵੀ ਪੇਰੈਂਟਸ ਦੀ ਮਰਜ਼ੀ ਨਾਲ ਹੋਣਾ ਤੇ ਇਹ ਗੱਲਾਂ ਕੰਸੀਡਰ ਹੋਣਗੀਆਂ। ਹਸਬੈਂਡ ਤੇ ਵਾਈਫ ਦੇ ਵਿੱਚ ਇੱਕ ਤਾਂ ਏਜ ਦਾ ਡਿਫਰੈਂਸ ਹੋਣਾ ਚਾਹੀਦਾ। ਲੜਾਈ ਕਦੋਂ ਹੁੰਦੀ ਜਦੋਂ ਦੋਨਾਂ ਦੀ ਈਗੋ ਕਲੈਸ਼ ਕਰਦੀ ਹੈ। ਈਗੋ ਕਦੋਂ ਹੁੰਦੀ ਹੈ ਜਦੋਂ ਕੋਈ ਕਹਿੰਦੀ ਮੈਂ ਤੇਰੇ ਨਾਲ ਘੱਟ ਹੈ। कदे नहीं लड़े तुसी? ਤੁਹਾਡੇ ਸਾਹਮਣੇ मतलब ये तो होर भी ज्यादा हैरानी वाली गल है। 37 ਸਾਲਾਂ 'ਚ ਕੋਈ ਇਸ਼ੂ ਤਾਂ ਹੋਵੇ ਨਾ। ਹਾਂਜੀ, ਮੰਨਣ ਮਨਾਉਣ ਵਾਲੀ ਤਾਂ ਗੱਲ ਹੀ ਨਹੀਂ ਹੈ ਕੋਈ। ਹਾਂਜੀ, ਸਾਰੇ ਮੰਨੇ ਹੋਏ ਨੇ। ਮੈਂ ਪਹਿਲੀ ਵਾਰ ਜ਼ਿੰਦਗੀ 'ਚ ਇੰਨੀ ਮਤਲਬ ਐਵੇਂ ਦਾ ਕੋਈ ਪਰਿਵਾਰ ਦੇਖਿਆ ਵੀ ਜਿਸ 'ਚ ਮਸਲਾ ਹੀ ਕੋਈ। ਮਸਲਾ ਦੱਸੋ ਕੀ ਹੈ? ਮੰਨਿਆ ਤੇ ਤਾਂ ਹੋ ਜੇ ਕੋਈ ਰੋਕੂਗਾ। ਫਿਰ ਮੈਨੂੰ ਇਹ ਵੀ ਪੰਜਾਬੀ ਸਿੱਖੇ, ਫਿਰ ਉਹਨੂੰ ਥੋੜ੍ਹਾ ਬਹੁਤਾ ਦੱਸੀਦਾ ਕਿ ਪੰਜਾਬੀ 'ਚ ਸੁਣਾਊਂਗਾ, ਟਰਾਂਸਲੇਟ ਵੀ ਕਰੂੰਗਾ। ਫਿਰ ਹੁਣ ਇਸ ਤਰ੍ਹਾਂ ਠੀਕ ਹੈ, ਲੱਗੇ ਰਹੀਦਾ। ਫਿਰ ਜੇ ਕੋਈ ਚੁਗਲੀ ਚਾਗਲੀ ਕਰਨੀ ਹੁਣ ਤੁਸੀਂ ਜਾਓਗੇ ਨਾ ਤੋਂ ਬਾਅਦ ਫਿਰ ਇਹ ਕਮੈਂਟ ਕਰੂ ਕੁੜੀ ਬਹੁਤ ਚੰਗੀ ਸੀ ਹੈ, ਉਹਦੇ ਦੇਖਿਆ ਸੀ ਸੂਟ ਬੜਾ ਠੰਡ ਨਹੀਂ ਲੱਗੀ ਉਹਨੂੰ। ਫਿਰ ਉਹ ਸ਼ੁਰੂ ਹੋ ਜਾਊਗਾ, ਉਹਨੇ ਨੂੰ ਕੋਈ ਹੋਰ ਆ ਜਾਊ, ਉਹਦੇ ਬਾਰੇ ਸ਼ੁਰੂ ਹੋ ਜਾਊਗਾ। ਇਸ ਤਰ੍ਹਾਂ ਚੱਲਦਾ। ਬਿਲਕੁਲ ਮੈਮ, ਤੁਸੀਂ ਫਿਰ ਸਰ ਦੇ ਕਹਿਣ ਤੇ ਸਪੈਸ਼ਲ ਕੋਈ ਚੀਜ਼ਾਂ ਕੁੱਕ ਕਰਦੇ ਹੋ ਇਹਨਾਂ ਲਈ? ਪਿੰਨੀਆਂ, ਪੰਜੀਰੀਆਂ, ਇਹੋ ਜਿਹਾ ਕੁਝ ਬਣਾਉਣਾ ਹੁੰਦਾ ਤੁਹਾਨੂੰ? ਹਾਂਜੀ, ਪਰ ਬਣਾਉਂਦੇ ਨਹੀਂ। ਮੈਂ ਫਿਰ ਇਹਨਾਂ ਦੀ ਸਿਹਤ ਕਰਕੇ ਨਹੀਂ ਬਣਾਉਂਦੀ, ਕਿਉਂਕਿ ਡਾਇਬਟਿਕ ਨੇ, ਫਿਰ ਹਾਰਟ ਪ੍ਰੋਬਲਮ ਆ, ਇਸ ਕਰਕੇ ਮੈਂ ਬਣਾਉਂਦੀ ਘੱਟ ਆ। ਪਰ ਜਦੋਂ ਮੇਰਾ ਬ੍ਰਦਰ ਆਉਂਦਾ ਹੈ ਫਿਰ ਮੈਂ ਬਣਾਉਂਦੀ ਹਾਂ ਪਿੰਨੀਆਂ, ਫਿਰ ਉਹ ਲੈ ਕੇ ਜਾਂਦਾ ਹੈ, ਫਿਰ ਉਦੋਂ ਥੋੜ੍ਹਾ ਬਹੁਤਾ ਇਹਨਾਂ ਨੂੰ ਇਜਾਜ਼ਤ ਹੋ ਜਾਂਦੀ ਵੀ ਖਾ ਲਓ। ਨਹੀਂ ਭਰਾ ਆਉਂਦਾ ਫਿਰ ਬਣਦੀ ਹੈ ਨਾ ਇਹ ਹੁੰਦੀ। ਫਿਰ ਸਰ ਤੁਸੀਂ ਸਾਲਾ ਸਾਹਿਬ ਨੂੰ ਫੋਨ ਕਰਦੇ? ਹਾਂ ਕਰਦਾ, ਮੈਂ ਉਹਨੂੰ ਕਹਿਣਾ ਹੁੰਦਾ ਯਾਰ ਕਹਿ ਦੇ ਆਹ ਫਿਰ ਮਿਲਣ ਆਓ ਨਾ। ਮੈਮ ਦੇ ਰਿਲੇਸ਼ਨ ਤੁਹਾਡੇ ਇੱਧਰਲੇ ਪਰਿਵਾਰਾਂ ਨਾਲ ਕਿਵੇਂ ਨੇ? ਮਤਲਬ ਵਧੀਆ ਉਹਨਾਂ ਨੇ ਰਿਸ਼ਤੇਦਾਰੀਆਂ ਨਿਭਾਈਆਂ ਹੁਣ ਤੱਕ? ਛੋਟੇ ਜਿਹੇ ਪਰਿਵਾਰ ਨੇ ਜੀ, ਸੱਚੀ ਗੱਲ ਤਾਂ ਇਹ ਹੈ। ਛੋਟੇ ਛੋਟੇ ਪਰਿਵਾਰ ਨੇ ਤਾਂ ਇਸ ਕਰਕੇ ਕੋਈ ਪੁਰਾਣਾ ਵਾਂਗੂ ਤਾਂ ਹੈ ਨਹੀਂ, ਅਤੇ ਠੀਕ ਹੈ ਰਿਲੇਸ਼ਨ ਕੋਈ ਨਹੀਂ। ਇਸ ਗੱਲੋਂ ਇਹ ਬਹੁਤ ਠੀਕ ਹੈ। ਮਤਲਬ ਇਹਦੇ 'ਚ ਜਿਹੜਾ ਇੱਕ ਨਾ ਮਾਸੂਮੀਅਤ ਹੁੰਦੀ ਹੈ ਉਹ ਇਹਦੇ 'ਚ ਹੈ, ਭੋਲਾਪਨ, ਮਾਸੂਮੀਅਤ। ਤਾਂ ਉਹ ਠੀਕ ਹੈ, ਕੋਈ ਇਹਦੇ ਨਾਲ ਗੁੱਸੇ ਘੱਟ ਹੀ ਹੁੰਦਾ ਕੋਈ, ਕਿਉਂਕਿ ਕਿਸੇ ਨੂੰ ਕੁਛ ਕਹਿਣਾ ਹੀ ਨਹੀਂ ਨੇ, ਨੈਗੇਟਿਵਿਟੀ ਨਹੀਂ ਹੈ। ਮੈਂ ਤਾਂ ਕਿਤਾਬਾਂ ਵੀ ਪੋਜ਼ੀਟਿਵਿਟੀ 'ਤੇ ਲਿਖ ਰਹੇ ਹਾਂ ਅਤੇ ਲੈਕਚਰ ਵੀ ਦੇ ਰਹੇ ਹਾਂ। ਪੜ੍ਹੇ ਨਾ ਪੜ੍ਹੇ ਅਤੇ ਅਸਰ ਜ਼ਰੂਰ ਹੈ, ਪੋਜ਼ੀਟਿਵ ਹੈ। ਇਸ ਕਰਕੇ ਠੀਕ ਹੈ, ਚੱਲਦਾ ਕੋਈ ਨਹੀਂ। ਤੁਸੀਂ ਦੇਖੋ ਵੀ ਅਸੀਂ ਕਿਸੇ ਵੀ ਇਸ਼ੂ 'ਤੇ ਹਾਲੇ ਤੱਕ 37 ਸਾਲਾਂ 'ਚ ਮੈਨੂੰ ਨਹੀਂ ਲੱਗਦਾ ਕਿ ਕਦੇ ਜਿਵੇਂ ਆਮ ਤੌਰ 'ਤੇ ਕੋਈ ਇਸ਼ੂ ਹੋ ਜਾਂਦਾ, ਕਦੇ ਪੇਰੈਂਟਸ ਕੋਲ ਚਲੇ ਜਾਂਦੇ ਨੇ,
ਅਸੀਂ ਜ਼ੋਰ ਲਾ ਲਿਆ ਇੱਕ ਦਿਨ ਵੀ ਕੋਈ ਇਸ਼ੂ ਤਾਂ ਇਹੋ ਜਿਹਾ ਲੱਭੀਏ ਯਾਰ ਜਿਹਦੇ 'ਚ ਆਪਾਂ ਲੜੇ ਹੋਈਏ ਕਿਸੇ ਅੱਛਾ ਜੀ, ਨਾ, ਕਦੇ ਨਹੀਂ ਲੜੇ ਤੁਸੀਂ? ਤੁਹਾਡੇ ਸਾਹਮਣੇ ਮਤਲਬ ਇਹ ਤਾਂ ਹੋਰ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਆ 37 ਵੀ। ਸਾਲਾਂ 'ਚ ਕੋਈ ਇਸ਼ੂ ਤਾਂ ਹੋਵੇ ਨਾ। ਹਾਂਜੀ ਤੇ ਨਹੀਂ, ਬਲਕਿ ਇੱਕ ਵਾਰੀ ਮੈਂ ਕਿਸੇ ਇਸ਼ੂ ਤੇ ਨਾਰਾਜ਼ ਹੋਇਆ ਇਹਦੇ ਪੇਰੈਂਟਸ ਨਾਲ, ਇਹਨੇ ਇਹ ਨਹੀਂ ਕਿਹਾ ਵੀ ਇਹ ਕਿਉਂ ਤੁਸੀਂ ਕਰ ਰਹੇ, ਚਲੋ ਜੀ ਚੱਲੀਏ। ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਆ। ਹਾਂਜੀ, ਮੈਂ ਕਿਹਾ ਇਹ ਵੀ ਇਹ ਆਪਣੇ ਆਪ 'ਚ ਮੈਂ ਕਿਉਂ ਜਾਊਂ ਫਿਰ। ਇਹ ਵੀ ਬਹੁਤ ਵੱਡੀ ਗੱਲ ਹੈ। ਨਹੀਂ ਮਤਲਬ ਕੁੜੀਆਂ ਦੇ ਮਨ 'ਚ ਫਿਰ ਵੀ ਮਾਪਿਓ ਵਾਲਾ ਪਾਸਾ ਹਮੇਸ਼ਾ ਭਾਰਾ ਰਹਿੰਦਾ ਹੈ ਨਾ। ਸੋ ਇਹ ਇਸ ਗੱਲੋਂ ਬਹੁਤ ਉਹ ਹੈ ਇਹ, ਹਾਂ ਇਹਦੇ 'ਚ ਮੈਨੂੰ ਲੱਗਦਾ ਕਿ ਇੱਕ ਜਿਹੜੇ ਨਾ ਵਧੀਆ ਵਿਆਹ ਦੇ ਵਿੱਚ ਮੇਰੀ ਹੈ, ਤੁਸੀਂ ਜਿਹੜੇ ਸੁਣਨ ਵਾਲੇ ਨੇ ਉਹ ਨਾ ਸਮਝੋ ਵੀ ਇਹ ਬਿਲਕੁਲ ਕਲੀਅਰ ਇਸ ਤਰ੍ਹਾਂ ਹੁੰਦਾ ਹੀ ਹੈ, ਹਾਂਜੀ ਪਰ ਮੈਨੂੰ ਲੱਗਦਾ ਹੈ ਹਸਬੈਂਡ ਤੇ ਵਾਈਫ ਦੇ ਵਿੱਚ ਇੱਕ ਤਾਂ ਏਜ ਦਾ ਡਿਫਰੈਂਸ ਹੋਣਾ ਚਾਹੀਦਾ। ਹਾਂਜੀ ਹਸਬੈਂਡ ਜੇ 5-7 ਸਾਲ ਵੱਡਾ ਹੋਵੇ ਤਾਂ ਚੰਗੀ ਗੱਲ ਹੈ, ਤੇ ਉਹਦੇ ਨਾਲ ਦੋ ਫਰਕ ਹੁੰਦੇ ਨੇ ਕਿ ਉਹ ਵਧੀਆ ਤਰੀਕੇ ਨਾਲ ਉਹਨੂੰ ਹੈਂਡਲ ਕਰ ਲੈਂਦਾ। ਦੂਜੀ ਗੱਲ ਕਿ ਜਿਹੜੀ ਵਾਈਫ ਹੈ ਜਿੰਨੀ ਘੱਟ ਉਮਰ 'ਚ ਉਹਦੀ ਵਿਆਹ ਹੋਵੇ, ਹਾਂਜੀ ਹਾਲਾਂਕਿ ਅੱਜ ਕੱਲ੍ਹ ਕਿਉਂਕਿ ਕੁੜੀਆਂ PhD ਕਰ ਰਹੀਆਂ ਨੇ 28, 25, 30 ਸਾਲ ਤੱਕ ਚਲੀਆਂ ਜਾਂਦੀਆਂ ਨੇ, ਹਾਂਜੀ ਉਹਨੂੰ ਤੁਸੀਂ ਜਿਹੜੇ ਹਸਬੈਂਡ ਨੇ ਆਪਦੇ ਤਰੀਕੇ ਨਾਲ ਮੋਲਡ ਕਰ ਸਕਦੇ ਨੇ। ਇੱਕ ਪਾਰਟਨਰ ਨੂੰ ਤਾਂ ਥੋੜ੍ਹਾ ਬਹੁਤਾ ਹੋਣਾ ਹੀ ਪੈਂਦਾ ਨਾ, 100% ਤਾਂ ਕੋਈ ਵੀ ਨਹੀਂ ਹੋ ਬਿਲਕੁਲ ਸਕਦਾ। ਇਕੁਅਲ ਆਪਾਂ ਨਹੀਂ ਹੋ ਸਕਦੇ ਹਾਂ, ਨਾ। ਜੇ ਵਧੀਆ ਜਦੋਂ ਬਰਾਬਰ ਦੀ ਲੜਾਈ ਕਦੋਂ ਹੁੰਦੀ, ਜਦੋਂ ਦੋਨਾਂ ਦੀ ਈਗੋ ਕਲੈਸ਼ ਕਰਦੀ ਹੈ। ਈਗੋ ਕਦੋਂ ਹੁੰਦੀ ਹੈ, ਜਦੋਂ ਕੋਈ ਕਹਿੰਦੀ ਹੈ ਮੈਂ ਤੇਰੇ ਨਾਲੋਂ ਘੱਟ ਹੈ, ਬਿਲਕੁਲ ਤੇ ਉਹ ਜਿਹੜੀ ਇਹ ਹਉਮੈ ਉਦੋਂ ਖਤਮ ਹੁੰਦੀ ਜਦੋਂ ਉਹਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ। ਜਦੋਂ ਹੁਣ ਤੁਸੀਂ ਬੱਚਿਆਂ ਨਾਲ ਵਾਂਗ ਡੀਲ ਕਰੋਗੇ ਤੇ ਮੋਲਡ ਕਰ ਲਓਗੇ ਵੀ ਨਹੀਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ, ਤਾਂ ਹਾਂਜੀ ਕੁੜੀਆਂ ਕਰਕੇ ਦਿਖਾਓ। ਅਸੀਂ ਸਾਰੇ ਸ਼ਗਨ ਦਿੱਤੇ ਨੇ, ਇਹਨੇ ਵੀ ਇੱਕ ਵਾਰੀ ਕਿਹਾ ਕਿ ਜੀ ਆਪਾਂ ਇੰਨੇ ਸਾਲ ਹੋ ਗਏ ਲੋਕਾਂ ਨੂੰ ਸ਼ਗਨ ਦਿੰਦੇ, ਮੈਂ ਯਾਰ ਕੀ ਸ਼ਗਨਾਂ 'ਚ ਪਿਆ, ਛੱਡ ਯਾਰ। ਤਾਂ ਮੁੜ ਕੇ ਨਹੀਂ ਇਹਨੇ ਕਿਹਾ ਵੀ ਠੀਕ ਹੈ ਚਲੋ, ਨਹੀਂ ਤਾਂ ਮੈਂ ਉਹਨੂੰ ਬੁਲਾਉਣਾ ਹੈ, ਇੰਨੇ ਮੇਰੇ ਰਿਸ਼ਤੇਦਾਰ ਨੇ ਕੀ ਕਹਿਣਗੇ, ਕਹਿੰਦੇ ਚੱਲ ਛੱਡੋ ਛੱਡ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਜਿਹੜਾ ਏਜ ਫੈਕਟਰ ਹੈ ਉਹ ਵੀ, ਤੇ ਦੂਜਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਥੋੜ੍ਹਾ ਬਹੁਤਾ ਜੇ ਅਰਲੀ ਹੋਵੇ ਨਾ ਕੁੜੀ ਦੀ ਉਮਰ, ਫਿਰ ਉਹ ਬੱਚਿਆਂ 'ਤੇ ਵੀ ਅਸਰ ਪੈਂਦਾ। ਬੱਚੇ ਜਿਹੜੇ ਨੇ ਵਧੀਆ, ਉਹਨਾਂ ਦੀ ਸਿਹਤ ਵੀ ਵਧੀਆ ਹੁੰਦੀ ਹੈ, ਦੇਖਭਾਲ ਵੀ ਹਾਂ, ਇਨਸਾਨ ਵਧੀਆ ਕਰ ਸਕਦਾ ਹੈ ਇਸ ਤਰ੍ਹਾਂ ਦਾ ਮੈਨੂੰ ਲੱਗ ਰਿਹਾ। ਹਾਂ, ਜਿਹੜੀ ਗੱਲ ਤੁਸੀਂ ਇਹਨੂੰ ਪੁੱਛੀ ਸੀ ਉਹ ਮੈਂ ਜ਼ਰੂਰ ਕਿ ਮੈਂ ਸਮਝਦਾ ਕਿ ਇੱਕ ਖਾਸ ਏਜ ਤੋਂ ਬਾਅਦ ਇੱਕ ਔਰਤ ਕੋਲ ਵੀ, ਚਾਹੇ ਉਹ ਹੋਮ ਮੇਕਰ ਹੈ, ਉਹਦੇ ਕੋਲ ਕੰਮ ਹੋਣਾ ਜ਼ਰੂਰੀ ਹੈ। ਹਾਂਜੀ ਜਦੋਂ ਦੇ ਬੱਚਿਆਂ ਦਾ ਕੰਮ ਖਤਮ ਹੋ ਗਿਆ, ਬੱਚੇ ਸਕੂਲ ਜਾਣ ਨੂੰ ਹਟ ਗਏ, ਉਦੋਂ ਬਾਅਦ ਇਹਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ, ਅੱਛਾ ਜੀ, ਕਿਉਂਕਿ ਹੁਣ ਕੰਮ ਨਹੀਂ ਰਿਹਾ ਕੋਈ ਬੱਚਿਆਂ ਕੰਮ ਦਾ। ਨਹੀਂ ਰਿਹਾ ਬਿਲਕੁਲ। ਤੇ ਫਿਰ ਇਹ ਕਦੇ ਕਦੇ ਫੀਲ ਕਰਦੀ ਹੈ ਕਿ ਮੈਂ ਕੀ ਕਰਾਂ। ਹਾਂਜੀ ਤੋ ਫਿਰ ਉਹ ਜਿਹੜੀ ਮੈਂ ਕੀ ਕਰਾਂ 'ਚ ਕੁਛ ਨਾ ਕੁਛ ਜਾਂ ਤਾਂ ਹੌਬੀ ਬਣਾਓ, ਕੋਈ ਏਮ ਬਣਾਓ, ਕੋਈ ਵੀ ਕੰਮ ਕਰੋ, ਹਾਂਜੀ ਰਾਈਟਿੰਗ ਕਰ ਲਓ, ਤੇ ਉਹ ਹੋਣਾ ਮੈਨੂੰ ਲੱਗਦਾ ਉਹ ਸੋਚ ਕੇ। ਹੁਣ ਮੈਂ ਕਈ ਬੰਦਿਆਂ ਨੂੰ ਜਾਣਦਾ ਜਿਹੜੀਆਂ ਔਰਤਾਂ ਨੇ ਆਪਣੀ ਫੈਮਿਲੀ ਨੂੰ ਸੈੱਟ ਕੀਤਾ, ਹਾਂਜੀ ਉਦੋਂ ਬਾਅਦ ਉਹ ਰਾਈਟਿੰਗ 'ਚ ਪੈ ਗਈਆਂ ਤੇ ਬਹੁਤ ਵਧੀਆ ਲਿਖ ਰਹੀਆਂ ਨੇ, ਵਧੀਆ ਅਵਾਰਡ ਜਿੱਤ ਰਹੀਆਂ ਨੇ। ਹਾਂਜੀ ਤੋ ਇਹ ਇਸ ਤਰ੍ਹਾਂ ਵੀ ਹੋ ਸਕਦਾ। ਪ੍ਰਾਇਓਰਟੀ ਆਪਦੀ ਫਿਕਸ ਕਰ ਲਓ ਬਿਲਕੁਲ, ਤੇ ਵੀ ਆਪ ਮੇਰੀ ਪਹਿਲੀ ਤਰਜੀਹ ਬੱਚੇ, ਹੁਣ ਮੈਂ ਇਹ ਕਰੂੰ, ਇਹ ਕਰਨਾ। ਨਹੀਂ ਤਾਂ ਫਿਰ ਜਿਹੜੀ ਔਰਤ ਹੈ ਇੱਕ ਟਾਈਮ ਤੋਂ ਬਾਅਦ ਲੋਨਲੀ ਫੀਲ ਕਰਦੀ ਹੈ। ਅੱਜ ਕੱਲ੍ਹ ਤਾਂ ਇਸ ਕਰਕੇ ਬੱਚੇ ਸਾਰੇ ਬਾਹਰ ਜਾ ਰਹੇ ਨੇ, ਪੇਰੈਂਟਸ ਦੀ ਵੱਡੀ ਵੱਡੀ ਪ੍ਰੋਬਲਮ ਹੈ ਇਹ। ਸੋ ਉਹਨਾਂ ਦੀ ਉਸ ਕਿਸਮ ਦੀ ਪ੍ਰੋਬਲਮ ਮੈਂ ਕਦੇ ਕਦੇ ਇਹਦੇ 'ਚ ਦੇਖਦਾ ਹੁੰਦਾ। ਮੈਨੂੰ ਖੁਦ ਨੂੰ ਵੀ ਲੱਗਦਾ ਕਿ ਜਦੋਂ ਮਤਲਬ ਇੱਕ ਏਜ ਹੁੰਦੀ ਹੈ ਜਦੋਂ ਤੱਕ ਅਸੀਂ ਪਰਿਵਾਰ 'ਚ ਬੱਚਿਆਂ 'ਚ ਬਿਜ਼ੀ ਹੁੰਦੇ ਹਾਂ, ਪਰ ਉਸ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਇਹ ਚੀਜ਼ ਮਹਿਸੂਸ ਕਰਦੀਆਂ ਨੇ ਕਿ ਉਹ ਜਦੋਂ ਦੂਜੀਆਂ ਔਰਤਾਂ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਮਿਲਦੀਆਂ ਨੇ, ਉਹਨਾਂ ਨਾਲ ਆਪਣਾ ਕੰਪੈਰੀਜ਼ਨ ਕਰਦੀਆਂ ਨੇ, ਤਾਂ ਉਹ ਚੀਜ਼ 'ਚ ਫਿਰ ਸੱਚੀ ਉਹਨਾਂ 'ਚ ਮਤਲਬ ਇੱਕ ਟਾਈਮ ਇਹੋ ਜਿਹਾ ਆਉਂਦਾ ਕਿ ਉਹ ਸੋਚਦੀਆਂ ਨੇ ਇਸ ਚੀਜ਼ ਨੂੰ ਕਿ ਨਹੀਂ ਮੈਨੂੰ ਪਹਿਲੀ ਉਮਰ 'ਚ ਸਟਾਰਟ ਕੁਛ ਕਰਨਾ ਚਾਹੀਦਾ ਸੀ।
ਨਹੀਂ ਮੈਂ ਤੁਹਾਨੂੰ ਦੱਸਿਆ ਨਾ, ਜੇ ਨਹੀਂ ਵੀ ਕਰਨਾ, ਜਿਵੇਂ ਇਹਨਾਂ ਦਾ ਕੇਸ ਹੈ, ਤਾਂ ਉਹਦੇ 'ਚ ਇਹ ਵੀ ਹੁਣ ਕੀਤਾ ਜਾ ਸਕਦਾ ਕੋਈ ਏਮ ਬਣਾ ਲਓ ਨਾ ਤੁਸੀਂ। ਏਮ ਤਾਂ ਹਰ ਇੱਕ ਬੰਦੇ ਨੂੰ, ਸ਼ੋਰਟ ਟਾਈਮ ਏਮ ਤਾਂ ਸਭ ਨੂੰ ਬਣਾਉਣਾ ਚਾਹੀਦਾ। ਅਤੇ ਜੇ ਤੁਸੀਂ ਇਹਦੇ ਨਾਲ ਲੜਨਾ, ਇਸ ਲੜਾਈ ਨਾਲ ਲੜਨਾ, ਬਹੁਤ ਕੁਛ ਹੈ ਕਰਨ ਨੂੰ, ਹੋਰ ਕੁਛ ਨਹੀਂ। ਤੁਸੀਂ ਸੁਸਾਇਟੀ ਦੇ ਕੰਮ ਲਈ, ਤੁਸੀਂ ਰੀਪੇ ਕਰਨ ਲਈ ਕੁਛ ਕਰਨਾ ਸ਼ੁਰੂ ਕਰ ਦਿਓ। ਸਰ ਅੱਜ ਕੱਲ੍ਹ ਤਾਂ ਕਿਸੇ ਕਿੱਤੇ ਨੂੰ ਵੀ ਆਪਾਂ ਬੁਰਾ ਨਹੀਂ ਮੰਨਦੇ। ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਦਾ ਕੁਕਿੰਗ ਸਕਿੱਲ ਇੰਨਾ ਵਧੀਆ, ਉਹ ਬਹੁਤ ਤਰ੍ਹਾਂ ਦੀਆਂ ਡਿਸ਼ਿਸ ਖਾ ਰਹੀਆਂ ਨੇ ਔਰ ਬਣਾ ਕੇ ਵੀ ਮਤਲਬ ਲੋਕ ਆਰਡਰ ਕਰਦੇ ਆ। ਜਿਵੇਂ ਮੈਮ ਕੋਲੇ ਬੰਗਾਲੀ ਡਿਸ਼ਿਸ ਦੇ ਬਹੁਤ ਸੋਹਣਾ ਸਕਿੱਲ ਹੋਣਾ ਨਾ ਕਰਨ ਦਾ। ਸੋ ਇਹ ਕਰਦੇ ਨੇ ਜੀ, ਇਹਨਾਂ ਲੋਕਾਂ ਨੇ ਘਰਾਂ 'ਚ ਕੇਕ ਬਣਾਉਣੇ ਸ਼ੁਰੂ ਕਰਤੇ। ਹਾਂਜੀ। ਅਤੇ ਉਹਦੇ 'ਚ ਕਿਸੇ ਨਾ ਕਿਸੇ ਕੰਮ 'ਚ ਐਕਸਪਰਟ ਹੋ ਜਾਓ ਤੁਸੀਂ। ਐਕਸਪਰਟ ਹੋ ਜਾਓ, ਬਿਲਕੁਲ। ਠੀਕ ਹੈ ਨਾ। ਹੁਣ ਤੁਸੀਂ ਵੀ ਤਾਂ ਆਪਣੀ ਇਸੇ ਸਕਿੱਲ ਨੂੰ ਐਕਸਪਰਟ ਹੋ ਰਹੇ ਹੋ ਇੰਟਰਵਿਊ ਕਰਨ 'ਚ। ਠੀਕ ਹੈ, ਇਸ ਤਰ੍ਹਾਂ ਕੋਈ ਫੀਡ ਲੈ ਕੇ ਬੰਦੇ ਨੂੰ ਹੋ ਜਾਣਾ ਚਾਹੀਦਾ। ਹਾਂਜੀ। ਤਾਂ ਫਿਰ ਸਾਰੀ ਉਮਰ ਕੰਮ ਆਉਂਦਾ। ਬਿਲਕੁਲ। ਇਹ ਤੁਹਾਡਾ ਜਿਹੜਾ ਇਹ ਨੁਕਤਾ ਹੈ, ਇਸ 'ਤੇ ਮੇਰਾ ਖਿਆਲ ਹੈ ਕਿ ਇਸ ਪੱਖੋਂ ਇਹਨੂੰ ਥੋੜ੍ਹੀ ਜਿਹੀ ਸੋਚਣ ਦੀ ਲੋੜ ਹੈ। ਬਿਲਕੁਲ। ਦੇਖੋ ਮੈਂ ਇੱਕ ਉਦਾਹਰਨ ਦਿੰਦੀ ਹਾਂ ਤੁਹਾਨੂੰ ਕਿ ਜਿਹੜੀ ਹਰਭਜਨ ਬਰਫੀ ਜਿਹੜੀ ਆਪਾਂ ਬਹੁਤ ਮਸ਼ਹੂਰ ਆ ਹੈ ਨਾ, ਵੱਡੇ ਮਤਲਬ ਬਹੁਤ ਵਧੀਆ ਵਧੀਆ ਲੋਕ ਸੈਲੀਬ੍ਰਿਟੀ ਨੇ ਜਿਹੜੇ ਉਹਨੂੰ ਆਰਡਰ ਕਰਦੇ ਆ। ਉਹਦੇ 'ਚ ਇਹੀ ਸੀ ਕਿ ਉਹਨਾਂ ਨੇ ਮੈਨੂੰ ਲੱਗਦਾ 75 ਸਾਲ ਦੀ ਉਮਰ ਤੋਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਮੈਂ ਬਰਫੀ ਬੜੀ ਸਵਾਦ ਬਣਾਉਂਦੀ ਹਾਂ ਤਾਂ ਮੈਂ ਇਹਨੂੰ ਬਣਾ ਕੇ ਸੇਲ ਕਰਦੀ ਹਾਂ, ਹੈ ਨਾ। ਉਹਨਾਂ ਦੀ ਬੇਟੀ ਯੂਨੀਵਰਸਿਟੀ 'ਚ ਸ਼ਾਇਦ ਕਿਸੇ ਡੈਜਿਗਨੇਸ਼ਨ 'ਤੇ ਨੇ, ਉਹਨਾਂ ਨੇ ਉਹਨੂੰ ਇੰਸਟਾ 'ਤੇ ਪਾਉਣਾ ਸ਼ੁਰੂ ਕੀਤਾ। ਫਿਰ ਉਹਨਾਂ ਨੂੰ ਆਰਡਰ ਆਉਣੇ ਸ਼ੁਰੂ ਹੋਏ ਅਤੇ ਅੱਜ ਉਹਨਾਂ ਦੇ ਨਾਂ ਦੀ ਮਤਲਬ ਇਹ ਤਾਂ ਚਲੋ, ਇਹ ਤਾਂ ਚੰਡੀਗੜ੍ਹ ਦੀ ਤੁਸੀਂ ਗੱਲ ਕਰ ਰਹੇ ਹੋ। ਮੈਂ ਤੁਹਾਨੂੰ KFC ਦੀ ਐਗਜ਼ਾਮਪਲ। ਹਾਂਜੀ ਬਿਲਕੁਲ। ਹਾਂਜੀ, 65 ਸਾਲ ਦੀ ਉਮਰ 'ਚ ਆਪਣੀ ਮਾਂ ਤੋਂ ਸਿੱਖਿਆ ਸੀ ਉਹ ਚਿਕਨ ਬਣਾਉਣਾ। ਠੀਕ ਹੈ। ਬਿਲਕੁਲ। ਅਤੇ ਹੁਣ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ। ਹਾਂਜੀ। ਔਰ ਪਹਿਲੇ 1000 ਜਿਹੜੇ ਸੀ ਨਾ ਜੀ ਗਾਹਕਾਂ ਨੇ, ਉਹ ਚਿਕਨ ਬਣਾਇਆ ਕਰੇ, ਜਾਇਆ ਕਰੇ, ਕੋਈ ਖਰੀਦਣਾ ਆਪ ਹੀ ਖਾ ਲਿਆ ਕਰੇ। ਹਾਂਜੀ। ਅਤੇ ਫਿਰ ਇਹੋ ਜਿਹਾ ਵਿਕਣਾ ਸ਼ੁਰੂ ਹੋਇਆ ਅਤੇ ਹੁਣ ਤੁਸੀਂ ਦੇਖ ਲਓ ਵੀ ਕਿੱਥੇ। ਕਿਉਂਕਿ ਕੋਈ ਕਮੀ ਵੀ ਰਹਿ ਜਾਵੇ ਤਾਂ ਸਾਨੂੰ ਜ਼ਿੰਦਗੀ ਮੁਕੰਮਲ ਨਹੀਂ ਲੱਗਦੀ, ਹੈ ਨਾ। ਫਿਰ ਉਹਨੂੰ ਮੁਕੰਮਲ ਕਰਨ ਲਈ ਜ਼ਰੂਰੀ ਹੈ। ਨਹੀਂ, ਉਹ ਜ਼ਿੰਦਗੀ ਦੇ ਜਦੋਂ ਤੁਸੀਂ ਇਹ ਮੁਕੰਮਲ ਜ਼ਿੰਦਗੀ ਤਾਂ ਖੈਰ ਮੁਕੰਮਲ ਜਹਾਨ ਜਿਵੇਂ ਗਾਣਾ ਘੱਟ ਮਿਲਦਾ, ਪਰ ਜਿੰਨੀ ਕੁ ਜ਼ਿੰਦਗੀ ਮਿਲੀ ਹੈ ਉਹ ਤਾਂ ਇੰਜੋਏ ਕਰੋ। ਬਿਲਕੁਲ। ਮੈਨੂੰ ਪਿਛਲੇ ਦਿਨਾਂ 'ਚ ਇੱਕ ਦੋਸਤ ਦੇ ਡੈਥ ਦੀ ਖਬਰ ਮਿਲੀ। ਮੈਂ ਉਦੋਂ ਬਾਅਦ ਹੋਰ ਜਿਹੜਾ ਹੈ ਇਸ ਪਾਸੇ ਨੂੰ ਸੋਚਣਾ ਸ਼ੁਰੂ ਕੀਤਾ। ਜਦੋਂ ਵੀ ਕੋਈ ਨੀਅਰ ਡੀਅਰ ਤੁਰਦਾ ਹੈ ਅਤੇ ਮੈਨੂੰ ਲੱਗਦਾ ਯਾਰ ਇਹ ਤਾਂ ਜਾਣਾ ਹੀ ਹੈ, ਅਤੇ ਫਿਰ ਕੁਛ ਰਹਿ ਨਾ ਜਾਵੇ ਅਤੇ ਹੋਰ ਜ਼ੋਰ ਨਾਲ ਫਿਰ ਕੰਮ ਕਰਨਾ ਸ਼ੁਰੂ ਕਰੀਦਾ। ਔਰ ਇਸੇ ਕਰਕੇ ਜਿਹੜਾ ਮੈਂ ਉਹ ਸਲੋਗਨ ਦਾ ਜਿਹਦੀ ਗੱਲ ਕੀਤੀ ਸੀ ਕਿ ਵੀ ਸ਼ੁੱਡ ਇੰਜੋਏ ਐਵਰੀ ਮੂਮੈਂਟ, ਹਰ ਪਲ ਨੂੰ ਜਿਉਣ ਦੀ ਕਲਾ ਔਰ ਹਰ ਉਮਰ 'ਚ ਜਿਉਣ ਦੀ ਕਲਾ। ਮੇਰੇ ਇੱਕ ਟੀਚਰ 85 ਸਾਲ ਦੀ ਉਮਰ 'ਚ ਉਹਨੇ ਕਿਤਾਬ ਲਿਖੀ। ਉਹਨਾਂ ਨੇ ਮੇਰੀ ਇੱਕ ਕਿਤਾਬ ਬੜਾ ਮਸ਼ਹੂਰ, ਉਹ ਉਹਨਾਂ ਦੇ ਪੋਲੀਟੀਕਲ ਸਾਇੰਸ ਦੀਆਂ ਕਿਤਾਬਾਂ ਨੇ, SS ਨੰਦਾ, ਅਤੇ ਉਹ ਮੈਨੂੰ ਕਹਿੰਦੇ ਕਿ ਮੈਂ ਤੇਰਾ ਆਰਟੀਕਲ ਪੜ੍ਹ ਕੇ ਇਹ ਸ਼ੁਰੂ ਕੀਤਾ ਸੀ। ਮੈਂ ਆਰਟੀਕਲ ਲਿਖਿਆ ਸੀ, ਹਰ ਉਮਰ ਦੇ ਵਿੱਚ ਰੱਖਿਆ ਜਾ ਸਕਦਾ ਹੈ ਉਤਸ਼ਾਹ ਕਾਇਮ। ਉਮਰ ਦਾ ਕੋਈ ਲਿੰਕ ਨਹੀਂ ਹੈ। ਬਲਕਿ ਮੈਨੂੰ ਬਹੁਤ ਸਾਰੇ ਲੋਕ ਇਹ ਕਹਿੰਦੇ ਸੁਣੇ ਗਏ ਕਿ ਜੀ ਰਿਟਾਇਰਮੈਂਟ ਤੋਂ ਬਾਅਦ ਬੰਦੇ ਜਲਦੀ ਚਲੇ ਜਾਂਦੇ ਨੇ। ਹਾਂ, ਬਹੁਤ ਸਾਰੇ ਲੋਕ ਕਹਿੰਦੇ ਅਸੀਂ ਡਿਪਰੈਸ਼ਨ 'ਚ ਹੋ ਗਏ ਹਾਂ ਰਿਟਾਇਰਮੈਂਟ ਹੋ ਗਏ ਨਾ। ਉਹ ਇਸ ਕਰਕੇ ਹੋ ਗਏ ਕਿ ਉਹਨਾਂ ਕੋਲ ਕਰਨ ਲਈ ਕੁਛ ਨਹੀਂ। ਉਹਨਾਂ ਕੋਲ ਕਰਨ ਲਈ ਇੰਨਾ ਕੁਛ ਹੈ ਜੇ ਕਰਨਾ ਚਾਹਣ। ਹਾਂਜੀ। ਜੇ ਤੁਸੀਂ ਕੁਛ ਜੇ ਕਹਿੰਦੇ ਹੋ ਵੀ ਪੈਸੇ ਲਈ ਨਾ ਕਰੋ। ਮੈਂ ਇੱਕ ਥਾਂ 'ਤੇ ਲੈਕਚਰ 'ਚ ਇਹ ਕਿਹਾ ਰੁਪਿੰਦਰ ਕਿ ਜੇ ਕੁਛ ਵੀ ਨਹੀਂ ਕਰਨਾ ਨਾ, ਤੁਸੀਂ ਐਂ ਕਰੋ, ਉੱਧਰਲੇ ਸੀ ਬੁੱਢਾ ਦਲ ਦੇ ਏਰੀਏ ਦੇ ਓਲਡ ਏਜ ਵਾਲੇ, ਉਹ ਮੈਂ ਕਿਹਾ ਤੁਸੀਂ ਇਹ ਬੁੱਢਾ ਦਲ ਦੇ ਕੋਲ ਹੀ ਆ ਕੇ ਖੜ੍ਹ ਜਾ ਕਰੋ। ਜਦੋਂ ਛੁੱਟੀ ਹੁੰਦੀ ਹੈ ਨਿਆਣਿਆਂ ਨੂੰ ਚੱਕ ਕੇ ਸੜਕੀ ਪਾਰ ਕਰਾਤੀ, ਬੱਸਾਂ 'ਚ ਹੀ ਕਰੇਗੇ, ਘੰਟਾ ਪਹਿਲਾਂ ਆ ਕੇ ਘੰਟਾ ਬਾਅਦ 'ਚ, ਤੁਹਾਡਾ ਤਾਂ ਟਾਈਮ ਪਾਸ ਹੋ ਜਾਊਗਾ। ਇੰਨਾ ਕੁਛ ਕਰਨ ਨੂੰ ਪਿਆ ਹੈ ਜ਼ਿੰਦਗੀ ਦੇ ਵਿੱਚ। ਜੇ ਨਹੀਂ ਕਰਨਾ ਚਾਹੁੰਦੇ ਫਿਰ ਉਹ ਬੰਦੇ ਡਿਪਰੈਸ਼ਨ 'ਚ ਵੀ ਜਾਣਗੇ ਅਤੇ ਫਿਰ ਡਾਕਟਰਾਂ ਕੋਲ ਵੀ ਜਾਣਗੇ। ਬਿਲਕੁਲ। ਤਾਂ ਕੋਈ ਉਮਰ ਨਹੀਂ ਹੁੰਦੀ, ਹਰ ਉਮਰ ਦੇ ਵਿੱਚ ਤੁਸੀਂ ਕਰ ਸਕਦੇ ਹੋ। ਹਾਂਜੀ। ਸਰਦਾਰਾ ਸਿੰਘ ਜੌਹਲ ਜੀ ਮੇਰੇ ਖਿਆਲ 92 ਦੇ ਹੋ ਗਏ। ਹਾਂਜੀ ਬਿਲਕੁਲ। ਹਾਲੇ ਵੀ ਲੋਕ ਉਹਨਾਂ ਕੋਲ ਆਉਂਦੇ ਨੇ ਗਾਈਡੈਂਸ ਲੈਣ। ਪੰਜਾਬ ਦੇ ਹਰ ਐਗਰੀਕਲਚਰ ਦੇ ਤਾਂ ਬੋਲਣੇ, ਹਰ ਮਸਲੇ 'ਤੇ ਗੱਲ ਕਰਦੇ ਨੇ। ਕੇਜਰੀਵਾਲ ਆ ਕੇ ਗਿਆ। ਤੁਸੀਂ ਆਪਣੇ ਆਪ ਨੂੰ ਐਕਟਰ ਰੱਖੋ। 100 ਸਾਲ ਦੇ ਹੋ ਕੇ ਗਏ ਨੇ ਜਸਵੰਤ ਸਿੰਘ ਕੰਵਲ। ਜਦੋਂ ਉਹ 96 ਦੇ ਸੀ ਸ਼ਾਇਦ,
ਫਰੀਦਕੋਟ ਬੁਲਾ ਲਿਆ ਉਹਨਾਂ ਨੂੰ, ਤੇ ਮੈਨੂੰ ਵੀ, ਤੇ ਇੱਕ ਹੋਰ ਜਿਹੜਾ ਰਾਈਟਰ ਨੂੰ ਪੰਜਾਬੀ ਦੇ ਇਸ਼ੂ ਤੇ। ਮੈਂ ਉਹ ਮੇਰੇ ਨਾਲ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਕਮਲ ਸਾਹਿਬ ਕਿ ਤੁਸੀਂ ਬੈਠੇ ਬੈਠੇ ਬੋਲ ਦਿਓ। ਕਹਿੰਦੇ ਕਿਉਂ? ਮੈਂ ਖੜ ਕੇ ਬੋਲੂੰ? ਤਾਂ ਖੜ ਕੇ ਬੋਲੇ ਹੋ 96 ਸਾਲ ਦੀ ਉਮਰ 'ਚ। ਤੋ ਇਹ ਨਹੀਂ ਹੈ ਕੋ ਕਿਸੇ ਹਰ ਉਮਰ ਦੇ ਵਿੱਚ ਅਸੀਂ ਕਰ ਸਕਦੇ ਹਾਂ। ਬਿਲਕੁਲ। ਤੋ ਇਹ ਥੋੜ੍ਹਾ ਜਿਹਾ ਲੋਕਾਂ ਨੂੰ ਜਾਣਨਾ ਚਾਹੀਦਾ ਇਸ ਪਾਸੇ ਨੂੰ ਮੈਸੇਜ ਇਹ ਪੰਜਾਬ ਦੇ ਵਿੱਚ। ਬਾਕੀ ਤਾਂ ਭਾਈ ਠੀਕ ਹੈ, ਲੱਗੇ ਹੋਏ ਹੈ ਜਿੰਨਾ ਕਰ ਸਕਦੇ ਆ। ਮੈਮ ਬੱਚੇ ਕਿਹਦੇ ਜ਼ਿਆਦਾ ਨੇੜੇ ਨੇ, ਤੁਹਾਡੇ ਜਾਂ ਸਰ ਦੇ? ਕੌਣ ਜ਼ਿਆਦਾ ਟਾਈਮ ਦਿੰਦਾ? ਬੜਾ ਵਾਲਾ ਦੇਖੋ ਪਾਪਾ ਦੇ ਨਾਲ ਜ਼ਿਆਦਾ ਅਟੈਚਡ ਆ, ਛੋਟਾ ਵਾਲਾ ਮੇਰੇ ਨਾਲ ਆ। ਅੱਛਾ, ਫਿਰ ਏਦਾਂ ਆਰ ਪਾਰ ਵਾਲਾ ਵੀ ਕੰਮ ਹੋ ਜਾਂਦਾ ਕਿ ਜਿਵੇਂ ਦੋ ਪਾਰਟੀਆਂ ਬਣ ਜਾਂਦੀਆਂ? ਨਹੀਂ, ਮੈਨੂੰ ਦੋਨੋਂ ਬਰਾਬਰ ਨਹੀਂ। ਕਈ ਵਾਰੀ ਹੁੰਦਾ ਨਾ ਨਿਆਣਿਆਂ ਦੀ, ਜਦੋਂ ਇੱਕ ਕੋਈ ਗੱਲ ਨਹੀਂ ਮੰਨਦਾ ਤਾਂ ਫਿਰ ਉਹ ਦੂਜੇ ਨੂੰ ਸਿਫਾਰਿਸ਼ ਪਾਉਂਦਾ ਹੁੰਦਾ ਵੀ ਤੁਸੀਂ ਮਨਾਓ ਕਹਿ ਕੇ, ਹੈ ਨਾ? ਤੁਸੀਂ ਫਿਰ ਗੱਲ ਸੁਣੋ, ਸਾਡੇ ਮੰਨਣ ਮਨਾਉਣ ਵਾਲੀ ਤਾਂ ਗੱਲ ਹੀ ਨਹੀਂ ਹੈ ਕੋਈ। ਹਾਂਜੀ, ਸਾਰੇ ਮੰਨੇ ਹੋਏ ਨੇ। ਮੈਂ ਪਹਿਲੀ ਵਾਰ ਜ਼ਿੰਦਗੀ 'ਚ ਇੰਨੀ ਮਤਲਬ ਐਵੇਂ ਦਾ ਕੋਈ ਪਰਿਵਾਰ ਦੇਖਿਆ ਵੀ ਜਿਸ 'ਚ ਮਸਲਾ ਹੀ ਕੋਈ ਨਹੀਂ। ਮਸਲਾ ਦੱਸੋ ਕੀ ਹੈ? ਮੰਨਿਆ ਤਾਂ ਤਾਹੂ ਜੇ ਕੋਈ ਰੋਕੂਗਾ। ਹਾਂਜੀ, ਟਾਈਮਜ਼ ਆਫ ਇੰਡੀਆ 'ਚ ਪੜ੍ਹਦਾ ਬਹੁਤ ਵਧੀਆ ਅਖਬਾਰ ਹੈ। ਹਾਂਜੀ, 5-7 ਮਹੀਨੇ ਬਾਅਦ ਕਹਿੰਦਾ ਪਾਪਾ ਮੈਂ ਛੱਡਣੀ ਹੈ ਜੌਬ। ਉਹ ਮੈਂ ਕਿਹਾ ਯਾਰ ਮਸਾਂ ਮਿਲਦੀ ਹੈ ਜੌਬ, ਤੂੰ ਕਰ ਲੈ। ਕਹਿੰਦੇ ਮੈਂ ਨਾਵਲ ਲਿਖਣਾ। ਹਾਂਜੀ, ਮੈਂ ਨਾਵਲ ਵੀ ਲਿਖੀ ਜਾਈ। 3 ਵਾਰੀ ਮੈਂ ਕਿਹਾ ਇਹ ਜੌਬ ਨਹੀਂ, ਕਹਿੰਦਾ ਮੈਂ ਓਕੇ ਗੋ ਐਡ। ਨਾਵਲ ਲਿਖਣੇ ਸ਼ੁਰੂ ਕਰਤੇ, ਹਾਂਜੀ, ਫਿਰ ਗਾਣੇ ਗਾਉਣੇ ਸ਼ੁਰੂ ਕਰਤੇ। ਉਹਨੂੰ ਪੁੱਛ ਲਓ, ਕੋਈ ਰੋਕਦਾ ਨਹੀਂ, ਛੱਡੀ ਚੱਲਾਂਗਾ ਜੋ ਕਰਨਾ। ਮੈਮ ਤੁਹਾਨੂੰ ਕਦੇ ਕਿਸੇ ਚੀਜ਼ ਲਈ ਨਹੀਂ ਰੋਕਿਆ ਕਿਸੇ ਨੇ? ਨਹੀਂ ਤਾਂ ਕੁੜੀਆਂ ਤਾਂ ਕਹਿੰਦੀਆਂ ਨੇ ਵੀ ਵਿਆਹ ਤੋਂ ਬਾਅਦ ਜ਼ਿੰਦਗੀ ਇੰਨੀ ਬਦਲ ਜਾਂਦੀ ਹੈ। ਮੈਂ ਖੁਦ ਵੀ ਲਿਖਿਆ ਸੀ ਵੀ 18 ਵਰੇ ਪਹਿਲਾਂ ਵਾਲੀ ਕੁੜੀ ਹੈ ਨਾ, ਜਿਹਨੂੰ ਮੈਂ ਆਪਣੀ ਏਜ 'ਚ ਉਸ ਉਮਰ 'ਚ ਮਤਲਬ ਯਾਦ ਕੀਤਾ ਸੀ ਆਪਣੇ ਆਪ ਨੂੰ ਵੀ ਕਿੰਨਾ ਫ਼ਰਕ ਆ ਗਿਆ ਮੇਰੇ 'ਚ। ਤੁਸੀਂ ਕੁਛ ਨਹੀਂ ਇਹੋ ਜਿਹਾ ਮਹਿਸੂਸ ਕਰਦੇ ਕਿ ਵਿਆਹ ਤੋਂ ਬਾਅਦ ਕੋਈ ਹਦਾਇਤਾਂ ਹੋ ਗਈਆਂ ਜਾਂ ਮੇਰੇ 'ਚ ਕੋਈ ਫ਼ਰਕ ਆਇਆ? ਨਹੀਂ, ਕੋਈ ਹਦਾਇਤ ਨਹੀਂ ਹੋਈ। ਉਹਦਾ ਰੀਜ਼ਨ ਹੋਰ ਵੀ ਹੈ ਰੁਪਿੰਦਰ, ਜਿਹੜੇ ਇਹ ਕਹਿ ਰਹੇ ਨੇ ਝੂਠ ਨਹੀਂ ਹੈ। ਜੇ ਕੋਈ ਮਤਲਬ ਵਿਆਹ ਤੋਂ ਬਾਅਦ ਅਸੀਂ ਇੱਕ ਤਾਂ ਹੁੰਦਾ ਨਾ ਜਦੋਂ ਸੱਸ ਦੇ ਵਿੱਚ ਰਹਿਣਾ ਹੋਵੇ ਜੁਆਇੰਟ ਫੈਮਿਲੀ 'ਚ, ਹਦਾਇਤ ਤਾਂ ਉੱਧਰੋਂ ਹੀ ਆਉਣੀ ਹੁੰਦੀ ਹੈ। ਹਾਂਜੀ, ਹਦਾਇਤ ਤਾਂ ਉਹ ਜੇ ਨਾਲ ਰਹੋਗੇ। ਅੱਛਾ, ਅਸੀਂ ਤਾਂ ਸੈਪਰੇਟ ਰਹਿ ਰਹੇ ਸੀ। ਮਤਲਬ ਹਾਂਜੀ, ਕਦੇ ਸੀ ਮਤਲਬ ਕਦੇ ਚਲੇ ਜਾਂਦੇ ਜਾਣਾ ਸੀ, ਬਸ ਉਹ ਜਾ ਕੇ ਮਿਲ ਗਏ। 20-25 ਦਿਨਾਂ ਬਾਅਦ ਜਾਇਆ ਨਾ, ਫਿਰ ਆਪਣਾ ਇੱਥੇ ਪਟਿਆਲੇ ਆ ਜਾਣਾ, ਜੌਬ ਕਰਦੇ ਸੀ। ਤਾਂ ਇਸ ਕਰਕੇ ਕੋਈ ਮੌਕਾ ਹੀ ਨਹੀਂ ਮਿਲਿਆ ਮੈਨੂੰ ਲੱਗਦਾ ਹੈ ਜਿਹੇ ਜਿਹਾ ਤੁਸੀਂ ਪੁੱਛਣਾ ਚਾਹੁੰਦੇ ਹੋ। ਹਾਂਜੀ, ਨਹੀਂ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਤੁਸੀਂ ਥੋੜਾ ਜਿਹਾ ਉਧਰ ਜਿਹੜਾ ਪਹਿਰਾਵਾ ਵੀ ਸਾੜੀ ਵੀ ਪਾ ਲਓ ਜਾਂ ਤੁਸੀਂ ਵੈਸਟਰਨ ਡਰੈਸਿਸ ਪਾ ਲਓ, ਹੈ ਨਾ? ਕਈ ਵਾਰੀ ਆਪਣੇ ਪਿੰਡਾਂ ਵਾਲੇ ਨੇ ਜਿਹੜੇ ਉਹਦੇ ਤੇ ਵੀ ਨਹੀਂ ਨੋ ਐਦਾਂ ਦੇ ਕੱਪੜੇ ਪਾਊਗੀ, ਸਿਰ ਤੇ ਚੁੰਨੀ ਲਊਗੀ, ਐਵੇਂ ਦਾ ਕੁਝ ਵੀ ਨਹੀਂ ਜ਼ਿੰਦਗੀ 'ਚ? ਨਹੀਂ, ਸਾੜੀ ਤਾਂ ਦੇਖੋ ਮੈਂ ਪਾਈ ਹੋਈ ਨਹੀਂ ਕਦੇ। ਅੱਛਾ ਜੀ। ਕਿਉਂਕਿ ਮੈਂ ਦੱਸਿਆ ਨਾ ਮੇਰੇ ਪਾਪਾ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਗੁਰਦੁਆਰੇ ਦੇ ਪ੍ਰਧਾਨ ਸੀ। ਬੰਗਾਲੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਤੇ ਉਸ ਟਾਈਮ ਤਾਂ ਮੈਂ ਕੁਛ ਵੈਸਟਰਨ ਡਰੈਸਿਸ ਵੀ ਨਹੀਂ ਪਾਈਆਂ, ਪਰ ਆਫਟਰ ਮੈਰਿਜ ਮੈਂ ਪਾਈਆਂ ਨੇ। ਅੱਛਾ, ਫਿਰ ਮਤਲਬ ਬਿਲਕੁਲ ਰੋਕ ਟੋਕ ਨਹੀਂ ਸੀ ਸੱਸ ਵੱਲੋਂ ਜਾਂ ਪਰਿਵਾਰ? ਬਹੁਤ ਹੀ ਰਿਲੈਕਸ ਜ਼ਿੰਦਗੀ ਕੱਢੀ ਹੈ ਸਰ। ਕਿਉਂ ਰੋਕ ਟੋਕ ਕਿਉਂ? ਹੁਣ ਵੀ ਤਾਂ ਨਿਆਣੇ ਜੋ ਪਾਉਂਦੇ ਨੇ, ਆਪਾਂ ਕਿਉਂ ਰੋਕੀਏ? ਮੈਂ ਐ ਛੇੜ ਛੁੱਟ ਲਈਦਾ ਯਾਰ, ਪੈਂਟ ਪਾਟੀ ਹੋਈ ਕਿਉਂ ਪਾਈ ਹੋਈ ਹੈ? ਆ ਗੋਡਿਆਂ ਤੋਂ ਪਾਈ ਫਿਰਦੇ ਪਾਟੀ ਹੋਈ। ਅੱਛਾ, ਤੇ ਬਾਕੀ ਤਾਂ ਇਸ ਤਰ੍ਹਾਂ ਦਾ ਹੋਣਾ ਵੀ ਨਹੀਂ ਚਾਹੀਦਾ। ਇਹ ਕੀ ਹੈ, ਇਹ ਗੱਲਾਂ ਨੇ। ਦੇਖੋ ਕਦੀ ਕਿਸੇ ਮਸਲੇ ਤੇ ਤੁਸੀਂ ਲੜੇ ਨਹੀਂ, ਹੈ ਨਾ? ਤੁਹਾਡੇ ਸਾਹਮਣੇ ਤੇ ਕਦੀ ਮਤਲਬ ਕੋਈ ਹਦਾਇਤਾਂ ਨਹੀਂ ਇੱਕ ਦੂਜੇ ਨੂੰ ਲਾਈਆਂ ਤੇ ਲੜਾਈ ਹੁੰਦੀ ਹੈ। ਦੇਖੋ ਕਮਾਲ ਤਾਂ ਇਹ ਲੜਾਈ ਹੁੰਦੀ ਹੈ ਆਮ ਤੌਰ ਤੇ ਘਰਾਂ 'ਚ ਪ੍ਰੋਫੈਸਰਾਂ ਦੀ, ਕਿ ਦੂਜੀ ਕਿਸੇ ਔਰਤ ਆ ਗਈ ਕੋਈ ਹੈ ਜੀ, ਉਹਦੇ ਨਾਲ ਤੇਰੇ ਸੰਬੰਧ ਨੇ, ਇਹਦੇ ਨਾਲ ਇਹ ਹੈ। ਤੇ ਇੱਥੇ ਸਾਡੇ ਇਹ ਵੀ ਨਹੀਂ, ਬਸ ਠੀਕ ਹੈ ਕੋਈ ਗੱਲ ਨਹੀਂ, ਜੇ ਤੇਰੇ ਆ ਗਈ ਵੀ ਕਈ, ਉਹ ਮੈਨੂੰ ਪਤਾ ਹੈ ਕੀ ਕਰ ਲੂਗੀ, ਐ ਤਾਂ ਮੇਰਾ ਹੀ। ਇਹ ਕੋਈ ਡਾਇਲਾਗ ਕਰ ਸਕਦੇ? ਇੰਨਾ ਕੌਨਫੀਡੈਂਸ ਮੈਮ ਕੀ ਖਾਂਦੇ ਹੋ ਫਿਰ ਤੁਸੀਂ? ਹੁਣ ਇਹ ਦੱਸਣਾ ਬਣਦਾ ਦੇਖੋ ਵੀ ਸਕਿਨ ਤੇ ਇੰਨਾ ਗਲੋ ਆ ਨਾ। ਦੇਖੋ ਜੇ ਵਧੀਆ ਲੱਗਿਆ ਹੋਊਗਾ ਤਾਂ ਆ ਗਏ, ਤਾਂ ਫਿਰ ਕੀ ਆ, ਆਉਣਾ ਤਾਂ ਵਾਪਸ ਮੇਰੇ ਕੋਲ ਹੀ ਹੈ। ਇਹਨਾਂ ਨੇ ਬਥੇਰੇ ਪ੍ਰੋਫੈਸਰਾਂ ਨੇ ਇਸ਼ੂ ਮਤਲਬ ਇਸ ਟੌਪਿਕ ਤੇ ਉਹਨਾਂ ਨੇ ਆਰਟੀਕਲ ਵੀ ਲਿਖਿਆ, ਪਰ ਮੈਨੂੰ ਕੋਈ ਪਰਵਾਹ ਨਹੀਂ। ਸਰ
ਜਿਹੜੀ ਹੁਣ ਇਹੀ ਹੈ ਸਭ ਤੋਂ ਵੱਡਾ ਇਸ਼ੂ। ਹਾਂਜੀ, ਜੇ ਇਹ ਤੇ ਬਿਲਕੁਲ। ਲੜਾਈ ਹੋਈ, ਹੁਣ ਦੱਸੋ ਤੁਸੀਂ ਕਿੱਥੋਂ ਪੁੱਛ ਲਓਗੇ ਹੋਰ? ਸਰ ਤੁਸੀਂ ਕਿਹੜੇ ਮੋਤੀ ਪੁੰਨ ਕੀਤੇ ਸੀ? ਇਹ ਗੁਰਮੰਤਰ ਹੈ ਨਾ ਜਿਹੜਾ ਤੁਹਾਨੂੰ ਦੱਸਣਾ ਚਾਹੀਦਾ ਇੱਥੇ, ਕਿਉਂਕਿ ਇਹ ਗੁਰਮੰਤਰ ਤੇ ਤਾਂ ਇਹ ਤਾਂ ਦੱਸਾਂਗੇ ਥੋੜਾ, ਇਹਦੇ ਤੇ ਦਕਸ਼ਨਾ ਲੈ ਕੇ। ਨਹੀਂ, ਮੈਂ ਉਹੀ ਕਹਿ ਰਹੀ ਹਾਂ ਵੀ ਇਹ ਤਾਂ ਬਹੁਤ ਆਪਣੇ ਭਰਾ ਨੇ ਜਿਹੜੇ ਸੁਣਨ ਦੇ ਚਾਹਵਾਨ ਹੋਣਗੇ ਵੀ ਲੈ ਇਹ ਵੀ ਮੁੱਦਾ ਨਹੀਂ ਹੈਗਾ ਘਰ ਚ, ਅੱਛਾ ਨਾ। ਇਸ ਕਰਕੇ ਮੁੱਦਾ ਇਹ ਨਹੀਂ ਹੈ, ਬਸ ਇਹਦਾ ਕੋਈ ਡਰ ਹੈ ਜਿਹੜਾ ਮੈਨੂੰ ਡਾਕਟਰ ਨੇ ਦੱਸਿਆ ਪਿਛਲੇ ਦਿਨੀ। ਹਾਂਜੀ। ਉਹ ਹੋਇਆ ਹੈ ਕਿ ਮੇਰੇ ਦੋਸਤ ਦੀ ਡੈਥ ਹੋ ਗਈ ਕੱਲ੍ਹ ਭੋਗਾ ਦਾ। ਅੱਛਾ। ਤੇ ਕਿਤੇ ਮੈਂ ਘਰ ਆ ਕੇ ਦੱਸਤਾ, ਇਹ ਹੋ ਗਿਆ ਜੋ ਕੰਮ ਹੋਣਾ ਹੁੰਦਾ ਔਰਤਾਂ ਨੂੰ। ਕਹਿੰਦੇ ਜੀ ਮੇਰੇ ਤਾਂ ਦਰਦ ਹੋ ਰਿਹਾ ਹੈ, ਤੇ ਨਾਲ ਹੀ ਹਸਪੀਟਲ ਆ, ਮੈਂ ਲੈ ਗਿਆ। ਹਾਂਜੀ। ਡਾਕਟਰ ਮੈਨੂੰ ਕਹਿੰਦਾ ਇਹ ਕਿਵੇਂ ਕਰੀਏ? ਕਹਿੰਦੇ ਬਿਲਕੁਲ ਠੀਕ ਹੈ, ਮੋਰ ਦੈਨ 75% ਕੋਈ ਬਿਮਾਰੀ ਨਹੀਂ। ਹਾਂਜੀ। ਹੁਣ ਜਦੋਂ ਉਹਨੇ ਸੁਣਿਆ ਵੀ ਉਹ ਬੰਦਾ ਚਲਿਆ ਗਿਆ, ਇਹਦੇ ਦਿਮਾਗ 'ਚ ਆ ਗਿਆ ਵੀ ਤੁਸੀਂ ਵੀ ਜਾਣਾ। ਫਿਰ ਪਰ ਮੈਂ ਹੁਣ ਵੀ ਕਹਿ ਦਿੰਦੀ ਹਾਂ ਵੀ ਮੈਂ ਜਾਵਾਂਗੀ ਤਾਂ ਇਹਨਾਂ ਤੋਂ ਪਹਿਲਾਂ, ਮੈਂ ਚਾਹੁੰਦੀ ਵੀ ਹਾਂ। ਨਹੀਂ, ਤੁਸੀਂ ਦੇਖੋ ਬਿਨਾਂ ਕਿਸੇ ਸਮੱਸਿਆ ਦੇ ਇੰਨੀ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਹੋ। ਨਹੀਂ ਉਹ ਤਾਂ ਚਲੋ ਜਾਣਾ ਤਾਂ ਹਰ ਇੱਕ ਨੇ ਹੈ ਨਾ, ਹਰ ਇੱਕ ਨੇ ਜਾਣਾ, ਪਰ ਮੈਂ ਚਾਹੁੰਦੀ ਹਾਂ ਇਹਨਾਂ ਦੇ ਹੱਥਾਂ 'ਚ ਜਾਵਾਂ। ਮੇਰੀ ਮਦਰ ਵੀ ਮੇਰੇ ਪਾਪਾ ਦੇ ਹੱਥਾਂ 'ਚ ਗਈ ਆ, ਤੇ ਮੈਂ ਚਾਹੁੰਦੀ ਮੈਂ ਵੀ ਇਹਨਾਂ ਦੇ ਹੱਥਾਂ 'ਚ ਜਾਵਾਂ। ਇਹ ਹੈ ਨਾ ਜਿਹੜੀ ਪ੍ਰੋਬਲਮ, ਜਿਹੜਾ ਇਹ ਸੋਚਣਾ ਨੈਗੇਟਿਵ ਥਿੰਕਿੰਗ, ਉਹਦੇ ਨਾਲ ਜਿਹੜੀ ਬਿਮਾਰੀ ਅਟੈਚ ਹੋ ਜਾਂਦੀ ਹੈ। ਉਹ ਮੈਨੂੰ ਡਾਕਟਰ ਨੇ ਸਮਝਾਇਆ, ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਸੀ। ਮਤਲਬ ਮੈਂ ਅਫਸੋਸ ਤੇ ਵੀ ਨਹੀਂ ਜਾ ਸਕਦੀ ਕਿਸੇ ਦੇ। ਅੱਛਾ। ਮੈਂ 5 ਮਹੀਨੇ ਪਹਿਲਾਂ ਮੇਰੇ ਬ੍ਰਦਰ ਦੇ ਮਦਰ ਇਨ ਲਾ ਐਕਸਪਾਇਰ ਹੋ ਗਏ ਸੀ। ਮੈਂ ਉੱਥੇ ਭੋਗ ਤੇ ਚਲੀ ਗਈ, ਜਾਣਾ ਸੀ ਕਿਉਂਕਿ ਰਿਸ਼ਤੇਦਾਰੀ ਐਸੀ ਸੀ। ਉਸ ਤੋਂ ਬਾਅਦ ਮੈਂ ਸੈੱਟ ਨਹੀਂ ਹੋਈ, ਮੇਰੀ ਮੈਡੀਸਿਨ ਚੱਲ ਰਹੀ ਆ। ਇਹ ਕਿਉਂ ਮਹਿਸੂਸ ਕਰਦੇ? ਪਤਾ ਨਹੀਂ, ਮੇਰੀ ਮਤਲਬ ਹਾਰਟ ਬੀਟ ਵੱਧ ਜਾਂਦੀ ਆ, ਕਾਫੀ ਕੁਝ ਹੋ ਜਾਂਦਾ ਹੈ। ਕੁਛ ਉਸ ਮਤਲਬ ਮੇਰੇ ਬ੍ਰਦਰ ਦੀ ਜਿਹੜੀ ਸਿਸਟਰ ਇਨ ਲਾ ਹੈ, ਉਹਦਾ ਮੇਰੇ ਕੋਲ ਮੋਬਾਈਲ ਨੰਬਰ ਵੀ ਹੈਗਾ, WhatsApp, ਤੇ WhatsApp ਤੇ ਵੀ ਬਹੁਤ ਵਧੀਆ ਉਹ ਲਿਖਦੀ ਆ ਆਪਣੀ ਮਾਂ ਦੇ ਉੱਤੇ। ਰੋਜ਼ ਨਵਾਂ ਤੋਂ ਨਵਾਂ ਸਟੇਟਸ ਹੁੰਦਾ ਹੈ ਉਹਦਾ, ਤੇ ਉਹ ਵੀ ਮੈਂ ਪੜ੍ਹ ਕੇ ਵੀ ਬੜਾ ਦੁੱਖ ਜਿਹਾ ਲੱਗਦਾ ਹੈ। ਮੈਨੂੰ ਲੱਗਦਾ ਕਿ ਮਤਲਬ ਬਹੁਤ ਜ਼ਿਆਦਾ ਭਾਵੁਕ ਹੋ ਤੁਸੀਂ, ਹੈ ਨਾ, ਸੁਭਾਅ ਵਾਈਜ਼, ਜਿਹੜਾ ਕਿ ਸੱਚੀ ਗੱਲ ਹੈ ਕਿ ਇਹ ਚੀਜ਼ ਫਿਰ ਤੁਹਾਨੂੰ ਆਪਣੇ ਆਪ ਨੂੰ ਤੰਗ ਕਰਨ ਲੱਗ ਜਾਂਦੀ ਹੈ ਨਾ। ਐਗਜ਼ੈਕਟਲੀ ਇਹੀ ਹੈ ਬਸ ਜਿਹੜੀ ਪ੍ਰੋਬਲਮ ਜੇ ਪੁੱਛੀਏ ਨਾ, ਇਹ ਮਸਲਾ ਹੈਗਾ। ਫਿਰ ਸਰ ਤੁਹਾਨੂੰ ਇਹਨਾਂ ਨੂੰ ਜ਼ਿਆਦਾ ਵਕਤ ਦੇਣਾ ਚਾਹੀਦਾ। ਵਕਤ ਤਾਂ ਮੈਂ ਕਿਤੇ ਤੁਸੀਂ, ਮੈਂ ਤਾਂ ਸਟੂਡੀਓ ਵੀ ਘਰੇ ਬਣਾਇਆ। ਵਕਤ ਵਾਲੀ ਤਾਂ ਗੱਲ ਇਹ ਹੈ ਵੀ ਕਿਤੇ ਅਸੀਂ ਜਾਣਾ ਹੋਰ ਕਿਤੇ। ਮੇਰੀ ਇਸ ਤਰ੍ਹਾਂ ਸੀ ਵੀ ਮੇਰਾ ਜਿਹੜਾ ਬੜਾ ਬੇਟਾ ਹੋਇਆ, ਇੱਕ ਹੋਰ ਹੋਇਆ ਸੀ ਮੇਰਾ ਬੇਟਾ, ਉਹ 91 'ਚ ਹੋਇਆ ਸੀ, ਤੇ ਉਹਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਮਤਲਬ ਇੱਕ ਦਿਨ ਦਾ ਹੀ ਸੀ, ਤੇ ਚਲੋ ਫਿਰ ਮੈਨੂੰ ਮਾਹੀ ਵੀ ਦੇ ਦਿੱਤਾ ਰੱਬ ਨੇ, ਮੈਂ ਭੁੱਲ ਗਈ। ਤੇ ਉਸ ਤੋਂ ਬਾਅਦ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਉਣੀ ਸ਼ੁਰੂ ਹੋਈ ਆ। ਨਹੀਂ ਮਤਲਬ ਇੱਕ ਬੱਚੇ ਨੂੰ ਆਪਾਂ 9 ਮਹੀਨੇ ਆਪਣੇ ਅੰਦਰ ਰੱਖਦੇ ਹਾਂ, ਉਹ ਤਕਲੀਫ ਜ਼ਰੂਰ ਹੁੰਦੀ ਹੈ ਨਾ, ਪਰ ਕੁਦਰਤ ਜਦੋਂ ਤੁਹਾਨੂੰ ਬਦਲੇ 'ਚ ਨਵਾਜ਼ ਦੇਵੇ ਤਾਂ ਮੈਨੂੰ ਲੱਗਦਾ ਫਿਰ ਤੁਸੀਂ ਉਹ ਤਾਂ ਠੀਕ ਹੋ ਗਈ ਸੀ। ਉਹ ਤਾਂ ਜਦੋਂ ਦੂਜੇ ਬੇਟੇ ਦਾ ਬਰਥ ਹੋ ਗਿਆ ਨਾ, ਉਹ ਤਾਂ ਠੀਕ ਹੋ ਗਈ ਸੀ। ਇਹ ਤਾਂ ਸਿਰਫ ਇੱਕ ਮੈਨੂੰ ਲੱਗਦਾ ਇੱਕ ਬਲੌਕ ਬਣਿਆ ਹੁੰਦਾ ਹੈ ਸਾਡੇ ਮਨ 'ਚ। ਅਸੀਂ ਇਸ ਤਰ੍ਹਾਂ ਦੀ ਚੀਜ਼ ਸੁਣਨਾ ਜਾਂ ਤਾਂ ਬਹੁਤ ਡਰਦੇ ਹਾਂ, ਤੇ ਇਹ ਮੈਂਟਲੀ ਪ੍ਰਿਪੇਅਰ ਹੋਣਾ ਚਾਹੀਦਾ ਬੰਦੇ ਨੂੰ। ਪਰ ਮੈਂ ਕਦੋਂ ਕਹਿਣਾ ਵੀ ਹੁਣੀ ਜਾਓ, ਮੈਂ ਤਾਂ ਕਹਿਣਾ ਜਾਓ ਹਲੇ 20 ਸਾਲ 30 ਸਾਲ 40 ਸਾਲ, ਲੇਕਿਨ ਕਦੇ ਤਾਂ ਜਾਣਾ ਹੀ ਹੈ ਨਾ। ਉਹ ਉਸ ਨੂੰ ਆਪਦੇ ਮੈਂਟਲੀ ਪ੍ਰਿਪੇਅਰ ਰਹੋ। ਉਹ ਇਸ ਤਰ੍ਹਾਂ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਸ਼ਾਇਦ ਹੀ ਗੁੱਡ ਹੈ। ਬਾਕੀ ਜ਼ਿੰਦਗੀ ਬਹੁਤ ਕੀਮਤੀ ਆ, ਮੈਨੂੰ ਲੱਗਦਾ ਵੀ ਅਜੇ ਚੱਲਿਆ ਨਹੀਂ, ਪਰ ਫਿਰ ਵੀ ਲੱਖ ਰੁਪਏ ਦੇ ਨੋਟ ਵਰਗੀ ਸਮਝਣੀ ਚਾਹੀਦੀ ਆ, ਹੈ ਨਾ। ਵੀ ਲੁਕੋ ਰੱਖਦੇ ਹੁੰਦੇ ਆਪਣੇ ਕੋਲ 100 ਰੁਪਈਆ ਵੀ ਹੋਵੇ ਨਾ, ਉਹ ਵੀ ਬੜਾ ਸੋਚ ਕੇ ਖਰਚੀਦਾ। ਜ਼ਿੰਦਗੀ ਤਾਂ ਮੈਨੂੰ ਲੱਗਦਾ ਉਸ ਤੋਂ ਕਈ ਗੁਣਾ ਕੀਮਤੀ ਆ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਠੀਕ ਹੈ, ਗੁੱਡ ਹੈ, ਕੋਈ ਨਹੀਂ। ਇਹ ਵੀ ਇੱਕ ਪਾਰਟ ਹੈ ਨਾ ਲਾਈਫ ਦਾ, ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ। ਬਾਕੀ ਹੁਣ ਚਾਹੇ ਪੋਲੀਟੀਕਲ ਹੈ ਜਾਂ ਨਹੀਂ ਹੈ, ਪਰ ਹੁਣ ਇੰਨਾ ਕੁ ਹਰ ਰੋਜ਼ ਗਾਲਾਂ ਕੱਢੀ ਦੀਆਂ ਨੇ ਜਦੋਂ ਸਵੇਰੇ ਲੀਡਰਾਂ ਨੂੰ, ਮਤਲਬ ਕਿੱਥੇ ਬਾਹ ਪੈ ਗਿਆ ਇਹ ਜਿਹਾ ਨਾਲ,
ਹੁਣ ਇਹਨੂੰ ਵੀ ਸਾਰਾ ਸਮਝ ਆ ਗਈ ਵੀ ਇਹ ਕੁਛ ਹੁੰਦਾ। ਉਹ ਫਿਰ ਮੈਨੂੰ ਉਹੀ ਲੱਗਦਾ ਵੀ ਮੈਮ ਕਹਿੰਦੇ ਮੇਰੇ ਹਿੱਸੇ ਦੇ ਕੰਮ ਵੀ ਇਹੀ ਕਰੀ ਜਾਂਦੇ ਨੇ, ਮੈਨੂੰ ਲੋੜ ਕੋਈ ਨਹੀਂ ਹੈ ਨਾ। ਸਵੇਰੇ ਸ਼ੁਰੂ ਹੋ ਜਾਈਦਾ ਬਸ ਸਾਰਾ ਦਿਨ ਗਾਲਾਂ ਕਰੀਏ। ਫਿਰ ਇੱਕ ਗੱਲ ਤਾਂ ਜ਼ਰੂਰ ਹੈ, ਹੁਣ ਇਹਨੂੰ ਤੁਸੀਂ ਲੜਾਈ 'ਚ ਮੰਨ ਲਓ, ਉਹ ਕਦੇ ਦਾ ਖਹਿੜਾ ਛੱਡ ਦਿਓ ਖਬਰਾਂ ਦਾ, ਕੁਝ ਹੋਰ ਤਾਂ ਕਰ ਲਓ। ਸਰ ਸਾਡੇ ਘਰੇ ਨਾ ਟੀਵੀ ਨਹੀਂ ਚਲਾਉਣ ਦਿੰਦੇ ਇਸੇ ਗੱਲ ਦੇ ਮਾਰੇ ਵੀ ਸਵੇਰੇ ਸਵੇਰੇ ਜਿਵੇਂ ਦੀਆਂ ਖਬਰਾਂ ਸੁਣ ਲਓ ਸਾਰਾ ਦਿਨ ਤੁਹਾਡਾ ਉਵੇਂ ਦਾ ਲੱਗਦਾ ਨਾ, ਨਿਕਲ ਜਾਂਦਾ ਹੈ। ਤੇ ਇੱਧਰ ਚੱਲਦੀਆਂ ਫਿਰਦੀਆਂ ਖਬਰਾਂ ਨਾਲ ਤੁਸੀਂ ਕਿਉਂ ਇਹਦੇ 'ਚ ਉਲਟ ਗੱਲ ਹੈ। ਇੱਕ ਵਾਰੀ ਆ ਮਾਊਂਟ ਆਬੂ ਵਾਲੇ ਕੀ ਹੈ ਬ੍ਰਹਮ ਕੁਮਾਰੀਜ਼, ਇਹਨਾਂ ਨੇ ਮੇਰਾ ਲੈਕਚਰ ਕਰਾਇਆ, ਔਰ ਮੈਥੋਂ ਪਹਿਲਾਂ ਜਿਹੜੀ ਬੀਬੀ ਬੋਲ ਰਹੀ ਸੀ ਬ੍ਰਹਮ ਕੁਮਾਰੀ, ਉਹ ਕਹਿੰਦੀ ਜੀ ਤੁਸੀਂ 10-11 ਵਜੇ ਤੱਕ ਕੋਈ ਨੈਗੇਟਿਵ ਨਿਊਜ਼ ਨਾ ਸੁਣੋ। ਅਖੀਰਲਾ ਭਾਸ਼ਣ ਮੇਰਾ ਸੀ। ਮੈਂ ਕਿਹਾ ਜੋ ਇਹ ਕਹਿ ਕੇ ਗਏ ਨੇ ਮੈਂ ਤਾਂ ਬਿਲਕੁਲ ਉਲਟ ਬੋਲਦਾ। ਤੁਸੀਂ ਤਾਂ ਜਿਸ ਤਰ੍ਹਾਂ ਲੋਕਾਂ ਨੂੰ ਇਹ ਦੱਸ ਰਹੇ ਹੋ ਸਾਡੇ ਢਿੱਡ 'ਤੇ ਲੱਤ ਮਾਰ ਰਹੇ ਹੋ। ਮੈਂ ਤਾਂ ਸਵੇਰੇ 4 ਵਜੇ ਸ਼ੁਰੂ ਕਰਦਾ ਖਬਰਾਂ ਸੁਣਨੀਆਂ, ਅਤੇ ਹਰ ਰੋਜ਼ ਹੀ ਖਬਰਾਂ 'ਚ ਕਿਤੇ ਨਾ ਕਿਤੇ ਮੌਤਾਂ ਵੀ ਹੁੰਦੀਆਂ ਨੇ, ਐਕਸੀਡੈਂਟ ਵੀ ਹੁੰਦੇ ਨੇ, ਨੈਗੇਟਿਵ ਨਿਊਜ਼ ਹੁੰਦੀ ਹੈ। ਤੋ ਇਹ ਜਿਹੜਾ ਨਾ ਆਪਣੇ ਆਪ ਨੂੰ ਇੱਕ ਦਰਸ਼ਕ ਬਣਾ ਕੇ ਰੱਖਣਾ ਚਾਹੀਦਾ ਬੰਦੇ ਨੂੰ, ਮਤਲਬ ਉਹਨੂੰ ਇਨਵੋਲਵਮੈਂਟ ਨਾ ਹੋਵੇ ਤੁਹਾਡੀ। ਤੇ ਜੇ ਇਹ ਗੱਲ ਲਈਏ ਤਾਂ ਫਿਰ ਅਸੀਂ ਕਿਵੇਂ ਕਰੀਏ? ਹੁਣ ਮੇਰਾ ਪ੍ਰੋਗਰਾਮ 8:40 'ਤੇ ਆਉਂਦਾ, ਮੈਂ 4 ਵਜੇ ਉੱਠਦਾ, ਮੈਂ 4:30 ਖਬਰਾਂ ਸ਼ੁਰੂ ਕਰ ਦੇਣਾ, ਅਤੇ ਖਬਰਾਂ ਤਾਂ ਇਹੋ ਜਿਹੀਆਂ ਹੁੰਦੀਆਂ ਨੇ। ਹਾਂਜੀ, ਅੱਜ ਦੀ ਖਬਰ 14 ਸਿਵਲੀਅਨ ਮਾਰੇ ਆਰਮੀ ਨੇ, ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ। ਕੱਲ੍ਹ ਦੀ ਖਬਰ, ਪਹਿਲੀ ਖਬਰ ਗਈ ਰਾਜਸਥਾਨ 'ਚ ਇੱਕ ਐਕਸੀਡੈਂਟ 'ਚ 5 ਪੰਜਾਬੀਆਂ ਦੀ ਮੌਤ। ਤਾਂ ਮੈਨੂੰ ਲੱਗਦਾ ਕਿ ਜੇ ਉਹ ਹੋਵੇ ਤਾਂ ਮੈਂ ਬਿਲਕੁਲ ਹੀ, ਮੈਂ ਲਿਖਦਾ ਪੋਜ਼ੀਟਿਵਨੈਸ 'ਤੇ ਹੈ, ਅਤੇ ਲੈਕਚਰ ਮੋਟੀਵੇਸ਼ਨਲ ਹੁੰਦੇ ਨੇ। ਇਹਦਾ ਮਤਲਬ ਮੇਰੇ 'ਤੇ ਅਸਰ ਨਹੀਂ ਨਾ ਪੈ ਰਿਹਾ ਉਹਨਾਂ ਦੀ ਨੈਗੇਟਿਵਿਟੀ ਦਾ, ਜਿਹੜੀ ਵੀ ਖਬਰਾਂ ਦੀ। ਤਾਂ ਉਹਦਾ ਮਤਲਬ ਇਹ ਹੈ ਕਿ ਖਬਰਾਂ ਪੜ੍ਹੋ, ਸੁਣੋ, ਸਭ ਕੁਛ ਕਰੋ, ਲੇਕਿਨ ਉਹਦਾ ਅਸਰ ਕਬੂਲਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਸੋਚ ਲਓ ਕਿ ਤੁਸੀਂ ਵੀ ਇਹ ਦਰਸ਼ਕ ਹੋ ਅਤੇ ਲੋਕਾਂ ਲਈ ਕਰ ਰਹੇ ਹੋ। ਮੈਨੂੰ ਕੋਈ ਅਸਰ ਨਹੀਂ ਹੁੰਦਾ। ਫਿਰ ਇਹ ਕਹਿ ਦੇਣਾ ਜੀ ਅਸੀਂ ਨੈਗੇਟਿਵ ਨਿਊਜ਼ ਨਹੀਂ ਸੁਣਨੀ, ਮੈਨੂੰ ਇਹੋ ਜਿਹੀ ਖਬਰ ਨਾ ਸੁਣਾਇਆ ਕਰੋ, ਇਹ ਕਬੀਰ ਕਹਿ ਦਿੰਦੀ ਹੈ। ਹਾਂ, ਇਹੋ ਜਿਹੀ ਖਬਰ ਕਿਉਂ, ਹੋਰ ਕਿਹਨੂੰ ਸੁਣਾਈਏ? ਵੀ ਜਦੋਂ ਖਬਰ ਵਾਪਰ ਗਈ ਤਾਂ ਸੁਣਾਉਣੀ ਹੈ। ਤਾਂ ਮੈਂ ਦਰਸ਼ਕਾਂ ਨੂੰ ਵੀ ਦੱਸਦਾ ਵੀ ਖਬਰ ਹਮੇਸ਼ਾ ਡਿਵੈਲਪਮੈਂਟ ਨਿਊਜ਼ ਤਾਂ ਅਸੀਂ ਕਰਦੇ ਹੀ ਨਹੀਂ ਨਾ। ਅਸੀਂ ਤਾਂ ਜਿਹੜੀ ਨੈਗੇਟਿਵ ਨਿਊਜ਼ 'ਤੇ ਸਾਡਾ ਮੀਡੀਆ ਤਾਂ ਮਗਰ ਪਿਆ ਹੋਇਆ। ਤਾਂ ਨੈਗੇਟਿਵ ਨਿਊਜ਼ ਨੂੰ ਸੁਣੋ, ਲੇਕਿਨ ਉਹਦੇ 'ਚ ਇਨਵੋਲਵ ਨਾ ਹੋ ਅਤੇ ਅਸਰ ਨਾ ਦਿਲ 'ਤੇ ਲਓ। ਮੈਮ ਸਭ ਤੋਂ ਜ਼ਿਆਦਾ ਖਰਚਾ ਕਾਹਦੇ 'ਤੇ ਕਰਾਉਂਦੇ ਹੋ ਫਿਰ ਤੁਸੀਂ ਸਰ ਦਾ? ਵੀ ਗਹਿਣੇ ਗੱਟਿਆਂ ਦਾ ਮੈਨੂੰ ਲੱਗਦਾ ਤੁਹਾਨੂੰ ਵਾਹਵਾ ਸ਼ੌਂਕ ਹੈ। ਨਹੀਂ ਸਰ, ਮੈਂ ਸੱਚੀ ਕਹਿ ਰਹੀ ਹਾਂ ਵੀ ਇੰਨੀ ਸਾਹੂਕਾਰੀ ਕਿੱਥੋਂ ਲਿਆਂਦੀ ਤੁਸੀਂ? ਇਹੀ ਲੱਭੀ ਦੀ ਹੈ, ਦੇਖੋ ਜਿਵੇਂ ਮਤਲਬ ਬਹੁਤ ਹੈ ਫੁੱਲਾਂ ਤਰ੍ਹਾਂ ਬੋਲਦੇ ਨੇ। ਉਹ ਤਾਂ ਸੂਟ ਸਾਟ ਤਾਂ ਲੈਂਦੀ ਹੈ, ਸੂਟ ਵਗੈਰਾ ਲੈਂਦੀ ਹੈ, ਤੇ ਗਹਿਣੇ ਗੁਣੇ ਦਾ ਨਹੀਂ ਹੈਗਾ ਨਾ ਮੈਨੂੰ। ਸੂਟਾਂ ਨਾਲ ਰੱਜਦੀ ਨਹੀਂ, ਔਰ ਵਿਆਹ ਦੇਖ ਲੈਂਦੀ ਹੈ ਵੀ ਇਹ ਵਿਆਹ 'ਚ ਆਹ ਸੂਟ ਪਾਇਆ ਸੀ, ਚਲੋ ਜੀ ਚੱਲੀਏ। ਨਹੀਂ, ਹਾਂ, ਜੇ ਮਤਲਬ ਕਿ ਅੱਜ ਜਿਹੜਾ ਮੈਂ ਸੂਟ ਵਿਆਹ 'ਚ ਪਾਇਆ, ਨੈਕਸਟ ਟਾਈਮ ਉਹ ਨਹੀਂ ਮੈਂ ਪਾਉਣਾ ਚਾਹੁੰਦੀ। ਅੱਛਾ ਜੀ। ਮੈਨੂੰ ਲੱਗਦਾ ਸਾਰਾ ਧਿਆਨ ਉਹਨਾਂ ਨੇ ਆਪਣੇ 'ਤੇ ਹੀ ਰੱਖਿਆ ਆਪਣਾ, ਹੈ ਨਾ, ਇਸ ਲਈ ਤੁਹਾਡੇ ਲਈ ਇੰਨੇ ਮਸਲੇ ਨਹੀਂ ਕੀਤੇ ਕੋਈ ਵੀ। ਮਸਲਾ ਨਹੀਂ। ਬਹੁਤ ਖੁਸ਼ਗਵਾਰ ਜ਼ਿੰਦਗੀ ਰਹੀ ਹੈ ਨਾ। ਮੈਂ ਤਾਂ ਹੁਣ ਇਹ ਵੀ ਨਹੀਂ ਪੁੱਛ ਸਕਦੀ ਅਖੀਰ 'ਤੇ ਵੀ ਜ਼ਿੰਦਗੀ ਨੂੰ ਸੋਹਣੀ ਬਣਾਉਣ ਲਈ ਤੁਸੀਂ ਕੀਤਾ ਕੀ ਹੈ, ਕਿਉਂਕਿ ਕੁਝ ਵਾਪਰਿਆ ਹੀ ਨਹੀਂ ਕਿ ਤੁਹਾਨੂੰ ਕਰਨ ਦੀ ਲੋੜ ਪੈਂਦੀ ਹੈ ਨਾ। ਨਹੀਂ, ਉਹ ਤਾਂ ਨਹੀਂ, ਖੁਸ਼ਗਵਾਰ ਜ਼ਿੰਦਗੀ ਬਣਾਉਣ ਲਈ ਬੰਦੇ ਨੂੰ ਜੋ ਕਰਨਾ ਚਾਹੀਦਾ ਉਹ ਦੱਸ ਦਿੰਦਾ। ਬੀਵੀ ਦੇ ਸੂਟ ਦੀ ਸਿਲੈਕਸ਼ਨ ਦੇ ਵਿੱਚ ਹਿੱਸਾ ਪਾਵੇ, ਫਿਰ ਉਦੋਂ ਬਾਅਦ ਤਿਆਰ ਰਹੇ 3-4 ਵਾਰ ਵਾਪਸ ਕਰਨ ਲਈ। ਹਾਂਜੀ। ਅਤੇ ਫਿਰ ਜਦੋਂ ਸਟਿਚ ਹੋ ਜਾਣ ਫਿਰ ਕਹੇ ਵੀ ਹਾਂ ਬਹੁਤ ਵਧੀਆ ਹੈ। ਅਤੇ ਜੇ ਬੰਦਾ ਇੰਨੀ ਵੀ ਨਹੀਂ ਕਹਿ ਸਕਦਾ, ਫਿਰ ਬੰਦੇ ਨੂੰ ਆਦਮੀ ਕਹਾਉਂਦਾ, ਪਤੀ ਕਹਾਉਂਦਾ ਕੋਈ ਨਹੀਂ। ਮੈਂ ਲੈਂਦੀ ਦੇਖੋ ਇਹਨਾਂ ਦੇ ਪਸੰਦ ਦੇ ਹੀ ਆ। ਹਾਂਜੀ। ਅਤੇ ਇਹਨਾਂ ਨੂੰ ਹੀ ਲੈ ਕੇ ਜਾਂਦੀ ਹਾਂ। ਅਤੇ ਜਾਂ ਇੱਕ ਮੈਂ ਆਪਣੀ ਬੇਟੀ ਬਣਾਈ ਹੋਈ ਆ, ਜੋ ਜਿਹਨੂੰ ਮੈਂ ਧੀ ਰਾਣੀ ਕਹਿੰਦੀ ਹਾਂ, ਉਹ ਇਹਨਾਂ ਦੀ ਹੈਗੀ ਸਟੂਡੈਂਟ ਪਾਰੁਲ ਰਾਈਜ਼ਾ ਦਾ। ਅੱਛਾ ਜੀ। ਅਤੇ ਜਾਂ ਉਹਨੂੰ ਲੈ ਕੇ ਜਾਂਦੀ ਹਾਂ। ਤੁਸੀਂ ਤਾਂ ਆਪਣੇ ਆਪ 'ਚ ਖੁਸ਼ ਹੋ ਕਿ ਮੇਰੀ ਜ਼ਿੰਦਗੀ ਇਹਨਾਂ ਨਾਲ ਸੋਹਣੀ ਲੰਘੀ? ਹਾਂਜੀ। ਸਰ ਤੁਹਾਡੀ ਕਿੰਨਾ ਫਾਸਲਾ ਉਮਰ 'ਚ ਦੋਵਾਂ ਦੇ? ਹੈ 10-11 ਸਾਲ ਦਾ। ਨਹੀਂ,
8-9 ਸਾਲ ਦਾ ਹੈ। ਦੇਖੋ ਤੁਸੀਂ ਸਾਰੀ ਉਮਰ ਖਬਰਾਂ ਨਾਲ ਜੁੜੇ ਰਹੇ ਪਰ ਸਹੀ ਖਬਰ ਉਹਨਾਂ ਨੂੰ ਪਤਾ ਨਾ। ਚਲੋ 10-11 ਸਾਲ 8 ਤੱਕ ਕਰ ਲਓ। ਮੈਂ ਵੀ ਇਹੀ ਚੀਜ਼ ਸੋਚ ਰਹੀ ਹਾਂ ਕਿ ਉਹ ਮਤਲਬ ਬਿਲਕੁਲ ਹੀ ਬੱਚਿਆਂ ਵਰਗੇ ਨੇ ਆਪਣੇ ਅੰਦਰੋਂ, ਹੈ ਨਾ। ਸ਼ਾਇਦ ਤੁਸੀਂ ਬਹੁਤ ਜ਼ਿਆਦਾ ਸਿੰਸੀਅਰ ਹੋ ਤਾਂ ਉਹ ਕੰਬੀਨੇਸ਼ਨ ਆ ਜਿਹੜਾ ਕਿਤੇ ਨਾ ਕਿਤੇ ਕੰਮ ਕਰ ਗਿਆ ਬਹੁਤ ਵਧੀਆ। ਨਹੀਂ ਉਹ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਇੰਨਾ ਕੁ ਫਰਕ ਹੋਵੇ ਤਾਂ ਜ਼ਿਆਦਾ। ਬਾਕੀ ਇਹ ਮੇਰਾ ਐਕਸਪੀਰੀਅੰਸ ਹੈ, ਬਾਕੀਆਂ ਦਾ ਦੇਖੋ ਕੀ ਐਕਸਪੀਰੀਅੰਸ ਹੋਏਗਾ ਅਤੇ ਉਸ ਤਰ੍ਹਾਂ ਕਰਨਾ ਚਾਹੀਦਾ। ਪਰ ਜ਼ਿੰਦਗੀ ਦੇ ਵਿੱਚ ਅੰਡਰਸਟੈਂਡਿੰਗ ਜੇ ਨਹੀਂ ਹੈ ਨਾ, ਲਾਈਫ ਨਰਕ ਹੈ, ਇਹ ਵੀ ਗੱਲ ਨਾਲ ਹੈ। ਜੇ ਜਿਹੜੇ ਬੰਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਨੇ ਨਾ, ਪਤੀ ਪਤਨੀ, ਉਹ ਦੋਨਾਂ ਨੂੰ ਕੁਛ ਨੁਕਤੇ ਜ਼ਰੂਰ ਮੈਂ ਸਮਝਦਾ ਕਿ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈ। ਫਾਰ ਐਗਜ਼ਾਮਪਲ ਕਦੇ ਵੀ ਜਿਹੜੇ ਲੋਕ ਕਰਦੇ ਨੇ, ਪਤੀ ਨੂੰ ਕਦੇ ਵੀ ਕੰਪੇਅਰ ਨਹੀਂ ਕਰਨਾ ਚਾਹੀਦਾ ਆਪਦੀ ਵਾਈਫ ਨੂੰ ਕਿਸੇ ਨਾਲ ਵੀ, ਹਾਂਜੀ, ਕਿਸੇ ਵੀ ਕੰਮ 'ਚ। ਨਾ ਤਾਂ ਰੰਗ ਰੂਪ 'ਚ ਵੀ ਉਹ ਤੇਰੇ ਨਾਲ ਸੋਹਣੀ ਹੈ ਜਾਂ ਮਾੜੀ ਹੈ, ਨਾ ਹੀ ਉਹਦੀ ਕੁਕਿੰਗ 'ਚ ਵੀ ਉਹਨੇ ਬਹੁਤ ਵਧੀਆ ਬਣਾਈ ਸੀ ਸਬਜ਼ੀ, ਤੇ ਤੂੰ ਉਹਦੇ ਵਰਗੀ ਬਣਾ, ਅਗਲੇ ਕਹਿੰਦਾ ਉਹ 'ਤੇ ਖਾ ਜਾ ਕੇ। ਤੀਜੀ ਜਿਹੜੀ ਗੱਲ ਹੈ, ਕੰਪੈਰੀਜ਼ਨ ਕਿਸੇ ਦਾ ਨਹੀਂ ਹੋਣਾ ਚਾਹੀਦਾ। ਤੀਜੀ ਗੱਲ, ਬੰਦੇ ਨੂੰ ਕਦੇ ਕਦੇ, ਜੇ ਹਰ ਰੋਜ਼ ਨਹੀਂ, ਕਦੇ ਕਦੇ ਆਪਣੀ ਜਨਾਨੀ ਦੀ ਪ੍ਰੇਜ਼ ਵੀ ਕਰਨੀ ਚਾਹੀਦੀ ਹੈ, ਚੰਗੇ ਕੰਮ ਲੱਭ ਕੇ, ਚੰਗੀਆਂ ਗੱਲਾਂ ਉਹਦੀਆਂ ਲੱਭ ਕੇ। ਮੈਂ ਇੱਕ ਮੇਰੀ ਵੀਡੀਓ ਵਾਇਰਲ ਹੋਈ, ਮੈਂ ਲਿਆ ਟਾਈਟਲ ਲਿਆ, ਦੇਖੋ ਕਿਆ ਸਾਡੀ ਦੁਨੀਆ ਵੀ ਦੇਖੋ ਕਹੀ ਜੀ ਹੈ, ਸਾਡੇ ਦਰਸ਼ਕ ਵੀ। ਮੈਨੂੰ ਔਗਣ ਨਹੀਂ ਗੁਣ ਨਜ਼ਰ ਆਵੇ, ਇਹ ਮੈਂ ਗੁਰਬਾਣੀ 'ਚੋਂ ਲਿਆ। ਸਾਰੇ 100 ਵਿਊ ਆਏ। ਦੂਜੇ ਦਿਨ ਮੈਂ ਉਹੀ ਟਾਈਟਲ ਬਦਲ ਕੇ ਉਹੀ ਵੀਡੀਓ ਦੁਬਾਰਾ ਪਾਈ ਕਿ ਆਪਣੀ ਪ੍ਰੇਮਿਕਾ ਅਬਲੀਕ ਪਤਨੀ ਨੂੰ ਮਨਾਉਣ ਦੇ ਸੂਤਰ। ਅੱਛਾ ਜੀ, ਚੱਲ ਪਈ ਗੱਲ ਉਹੀ ਹੈ। ਮੈਂ ਕਿਹਾ ਕਿ ਜੇ ਤੁਸੀਂ ਇਹੀ ਕੁਝ ਕਰਨਾ ਨਾ, ਆਹ ਸੂਤਰ ਇਹ ਨੇ ਜਿਹੜੇ ਮੈਂ ਹੁਣ ਦੱਸ ਰਿਹਾ ਕਿ ਹਮੇਸ਼ਾ ਇਹ ਕਰੋ ਕਿ ਉਹਦੇ ਗੁਣ ਦੇਖੋ। ਜਿਹੜੀ ਚੀਜ਼ ਤੁਸੀਂ ਦੇਖੋਗੇ ਉਹੀ ਨਜ਼ਰ ਆਊ, ਉਹੀ ਨਜ਼ਰ। ਜਦੋਂ ਤੁਸੀਂ ਉਹਦੀ ਕੁਆਲਿਟੀਜ਼ ਦੇਖੋਗੇ, ਕੁਆਲਿਟੀ ਦੇਖਣੇ ਸ਼ੁਰੂ ਕਰ ਦਿਓ। ਫਿਰ ਮੈਂ ਕਹਾਣੀ ਦਿੱਤੀ ਵੀ ਮੈਂ ਇੱਕ ਬੱਚੇ ਨੂੰ, ਇੱਕ ਮੁੰਡੇ ਨੂੰ ਇਹ ਕਹਾਣੀ ਇਹ ਸਮਝਾਇਆ ਕਿ ਤੇਰੀ ਘਰ ਵਾਲੀ ਰੁੱਸ ਕੇ ਚਲੇ ਗਈ, ਤੂੰ ਕੁਛ ਨਾ ਕਰ, ਤੂੰ ਉਹਦੀ ਕੁਆਲਿਟੀਜ਼ ਦੇਖ ਕਿਹੜੀਆਂ ਕਿਹੜੀਆਂ ਨੇ, ਉਹਨੂੰ ਮੈਸੇਜ ਕਰਨੇ ਸ਼ੁਰੂ ਕਰ ਹਰ ਰੋਜ਼। ਇੱਕ ਮੈਸੇਜ, ਇੱਕ ਕੁਆਲਿਟੀ ਹੋਵੇ ਸਹੀ, ਚਾਪਲੂਸੀ ਨਹੀਂ। ਹਾਂਜੀ, ਸਹੀ ਕੁਆਲਿਟੀ ਹੋਵੇ ਵੀ ਤੇਰੇ 'ਚ ਆਹ ਕੁਆਲਿਟੀ ਹੈ, ਤੂੰ ਆਹ ਕਰਦੀ ਹੈ, ਤੂੰ ਇੰਨੀ ਵਧੀਆ, ਤੇ ਇਸ ਕਰਕੇ ਤੂੰ ਵਧੀਆ। ਮੈਂ ਕਿਹਾ ਜੇ 10 ਦਿਨ ਤੋਂ ਬਾਅਦ ਪਹਿਲਾਂ ਨਾ ਆਈ ਤਾਂ ਦੇਖ ਲਈ। ਅੱਛਾ ਜੀ, ਉਹ ਕਾਮਯਾਬ ਹੋ ਗਿਆ, ਆ ਗਈ। ਕਹਿੰਦੀ ਮੈਨੂੰ ਨਹੀਂ ਪਤਾ ਸੀ ਤੁਸੀਂ ਮੇਰਾ ਇੰਨਾ ਖਿਆਲ ਰੱਖਦੇ ਹੋ। ਹਰ ਇੱਕ ਬੰਦਾ ਚਾਹੁੰਦਾ ਉਹਦੀ ਪ੍ਰਸ਼ੰਸਾ ਹੋਵੇ, ਤੇ ਜੇ ਉਹ ਪਤੀ ਉਹਦੀ ਪ੍ਰਸ਼ੰਸਾ ਨਹੀਂ ਕਰਦਾ ਤੇ ਫਾਇਦਾ ਕੀ। ਇੱਕ ਸੂਤਰ ਇਹ, ਕੰਪੈਰੀਜ਼ਨ ਕਿਸੇ ਨਾਲ ਨਹੀਂ, ਕਦੇ ਕਦੇ ਪ੍ਰਸ਼ੰਸਾ, ਕਦੇ 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 ਭੁੱਲ ਕੇ ਵੀ ਸੁਪਨੇ 'ਚ ਵੀ ਪਤਨੀ ਦੇ ਪੇਕਿਆਂ ਦੇ ਬਾਰੇ ਕੋਈ ਗਲਤ ਲਫ਼ਜ਼ ਨਾ ਬੋਲੋ ਕਦੇ। ਅੱਛਾ ਜੀ, ਬਿਲਕੁਲ ਭੁੱਲ ਜਾਓ ਵੀ, ਖਾਸ ਤੌਰ ਤੇ ਭਰਾ ਬਾਰੇ। ਜਦ ਕਿ ਮੁੰਡੇ ਤਾਂ ਗਾਲਾਂ ਹੀ ਇਹ ਗੱਲਾਂ ਤੇ ਤਾਂ ਹੀ ਤਾਂ ਫਿਰ ਮੁੰਡਿਆਂ ਦੀ ਜ਼ਿੰਦਗੀ ਵੀ ਤਾਂ ਖਰਾਬ ਹੋ ਉਹਨਾਂ ਨੂੰ ਸੂਤਰ ਨਹੀਂ ਨਾ ਪਤਾ। ਹਾਂਜੀ, ਉਲਟ ਵੀ ਹੈ, ਪਤਨੀਆਂ ਨੂੰ ਵੀ ਜੇ ਪਤੀ ਬਾਰੇ ਕਰਨਾ ਚਾਹੀਦਾ ਉਹਨੂੰ ਸਪੇਸ ਦਿਓ। ਮਤਲਬ ਕਿੱਥੋਂ ਚੱਲ ਪਏ, ਕਿੱਥੇ ਚਲੇ ਗਏ, ਕੀ ਕਰ ਲਿਆ, ਮਤਲਬ ਜੇ ਲੜਾਈ ਦਾ ਝਗੜਾ ਇਹ ਹੈ ਵੀ ਤੁਸੀਂ ਇੰਨਾ ਕੰਟਰੋਲ ਕਿਉਂ ਕਰ ਰਹੇ ਹੋ ਉਹਨੂੰ। ਹਾਂਜੀ, ਉਹਨੂੰ ਸਪੇਸ ਦਿਓ, ਬੰਦਾ ਉਹਦੇ ਨਾਲ, ਉਹਨੂੰ ਦੋਸਤਾਂ 'ਚ ਬੈਠਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਤੇ ਤੁਸੀਂ ਡਿਸਕਸ ਕਰ ਲਓ, ਜੇ ਤੁਹਾਡੇ ਕੋਲ ਕਿਸੇ ਕੋਈ ਜੇ ਕੋਈ ਗਲਤੀ ਹੋ ਜਾਂਦੀ ਹੈ ਕਦੇ, ਉਹਨੂੰ ਕਹੋ ਯਾਰ ਮੇਰਾ ਮਨ ਦੀ ਗੱਲ ਵੀ ਤਾਂ ਵੀ ਮੇਰੇ ਮਨ 'ਚ ਇਹ ਆਇਆ। ਯਾਨੀ ਸਾਡੇ ਤਾਂ ਦੂਰੀਆਂ ਇਸ ਕਰਕੇ ਵੱਧ ਰਹੀਆਂ ਨੇ ਅੱਜ ਕੱਲ੍ਹ, ਡਾਈਵੋਰਸ ਕੇਸਿਸ ਵਧਣ ਦਾ ਕਾਰਨ ਹੀ ਇਹ ਹੈ ਕਿ ਇਹਦੀ ਟ੍ਰੇਨਿੰਗ ਦੇਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਮੈਂ ਮੇਰੇ ਕੋਲ ਇੱਕ ਸਟੂਡੈਂਟ ਆਈ ਮੇਰੀ, ਮੈਂ ਉਹ ਤੋਂ ਪਹਿਲਾਂ ਵੀ ਇੱਕ ਆਰਟੀਕਲ ਉਹਨੂੰ ਕਿਹਾ ਸੀ ਪੜ੍ਹ ਲਿਆ ਕਰੋ। ਉਹ ਕੁੜੀ ਨੇ, ਮੁੰਡੇ ਜਿਹੜੇ ਨੇ ਨਾ, ਜਿਹੜੇ ਅੱਜ ਕੱਲ੍ਹ ਦੇ ਨੇ, ਉਹ ਬਹੁਤ ਤਿੱਖੇ ਨੇ। ਉਹਨਾਂ ਨੇ ਕੀ ਕੀਤਾ, ਕੁੜੀ ਨੇ ਉਹਨੂੰ ਕਹਿੰਦਾ ਦੇਖ ਬਈ ਮੇਰੇ ਤਾਂ ਜ਼ਿੰਦਗੀ 'ਚ ਆਹ ਕੁੜੀ ਆਈ ਸੀ ਪਰ ਉਹ ਮੇਰਾ ਪਾਸਟ ਹੈ ਤੇ ਫੋਰਗੇਟ ਦਾ ਪਾਸਟ। ਤੇ ਮੈਂ ਆਰਟੀਕਲ 'ਚ ਇਹ ਕਿਹਾ ਸੀ ਕਿ ਕਦੇ ਵੀ ਕੁੜੀ ਨੂੰ ਆਪਣੀ ਜ਼ਿੰਦਗੀ ਬਾਰੇ ਕੁਛ ਨਹੀਂ ਦੱਸਣਾ ਚਾਹੀਦਾ ਆਪਣੇ ਪਤੀ ਨੂੰ। ਹਾਂਜੀ, ਇਹ ਆਰਟੀਕਲ ਮੈਂ ਪੜ੍ਹਿਆ ਸ਼ਾਇਦ ਤੁਹਾਡਾ। ਤੇ ਉਹਦੇ ਵਿੱਚ ਉਹ ਕੁੜੀ ਨੇ
ਦੱਸਤਾ, ਜਿਵੇਂ ਉਹਨੇ ਦੱਸਤਾ, ਕਹਿੰਦਾ ਦੇਖ ਮੈਂ ਦੱਸਤਾ, ਤੂੰ ਵੀ ਦੱਸ। ਉਹਨੇ ਦੱਸਤਾ। ਹੁਣ ਉਹ ਕੁੜੀ ਬਿਲਕੁਲ ਜਿਹੜੀ ਘਰੇ ਬੈਠੀ ਹੈ ਔਰ ਦੋਨਾਂ ਦੀ ਡਿਵੋਰਸ ਤੱਕ ਹਾਲੇ ਹੋਇਆ ਨਹੀਂ, ਡਿਵੋਰਸ ਤੱਕ ਗੱਲ ਪਹੁੰਚ ਗਈ ਸਿਰਫ ਇੰਨੀ ਗੱਲ 'ਤੇ। ਜਿਹੜੀ ਹੋਮੇ ਹੈ ਨਾ, ਮਰਦ ਹੋਮੇ, ਇਹਨੂੰ ਸਮਝਣ ਦੀ ਲੋੜ ਹੁੰਦੀ ਹੈ। ਅਤੇ ਈਗੋ ਜਿਹੜੀ ਮਰਦ ਦੀ, ਇਹ ਇੱਥੇ ਆ ਕੇ ਬਹੁਤ ਜ਼ਖਮੀ ਹੁੰਦੀ ਹੈ, ਚਾਹੇ ਉਹ ਪਾਸਟ ਹੀ ਹੋਵੇ। ਹਾਂਜੀ, ਕਦੇ ਵੀ ਨਹੀਂ ਦੱਸਣਾ ਚਾਹੀਦਾ। ਕੁੜੀਆਂ ਨੂੰ ਖਾਸ ਤੌਰ 'ਤੇ ਖਿਆਲ ਰੱਖਣਾ ਚਾਹੀਦਾ ਇਸ ਗੱਲ ਦਾ। ਫਿਰ ਇੱਕ ਹੋਰ ਇਸ਼ੂ ਹੈ ਜਿਹੜਾ ਕੁੜੀਆਂ ਨਹੀਂ ਸਮਝਦੀਆਂ। ਕੁੜੀਆਂ ਆਪਦੇ ਬਾਰੇ ਤਾਂ ਬਹੁਤ ਕੁਛ ਕਰਦੇ ਨੇ, ਕਿਉਂਕਿ ਉਹਨਾਂ ਨੇ ਨਵੀਂ ਜ਼ਿੰਦਗੀ 'ਚ ਜਾ ਕੇ ਐਡਜਸਟ ਹੋਣਾ ਹੁੰਦਾ। ਉਹਨਾਂ ਨੂੰ ਇਹ ਖਿਆਲ ਰੱਖਣਾ ਕਿ ਝੂਠ ਤੋਂ ਬਚਣ ਹੋ, ਜੇ ਝੂਠ ਬੋਲਣਾ ਵੀ ਫੜਿਆ ਨਾ ਜਾਵੇ। ਸਾਡੇ ਇੱਥੇ ਇੰਜੀਨੀਅਰਿੰਗ ਕਾਲਜ 'ਚ ਮੁੰਡਾ ਕਰਕੇ ਗਿਆ ਯੂਨੀਵਰਸਿਟੀ 'ਚੋਂ, ਕੁੜੀ ਵੀ ਯੂਨੀਵਰਸਿਟੀ ਦੀ, ਦੋਨਾਂ ਦਾ ਵਿਆਹ ਹੋ ਗਿਆ, ਦੋਨੇ ਚਲੇ ਗਏ ਹਨੀਮੂਨ 'ਤੇ, ਗੋਆ ਤੋਂ ਵਾਪਸ ਆਏ, ਆ ਕੇ ਡਾਈਵੋਰਸ ਹੋ ਗਿਆ। ਕਿਉਂ ਹੋਇਆ? ਮੁੰਡੇ ਉਹਨਾਂ ਨੇ ਫੋਟੋਆਂ ਪਾਤੀਆਂ ਫੇਸਬੁੱਕ 'ਤੇ, ਕਿਤੇ ਇੱਕ ਕਮੈਂਟ ਲਿਖਿਆ ਹੋਇਆ ਮੁੰਡੇ ਨੇ ਕਿਸੇ ਨੇ ਵੀ ਤੂੰ ਉਸ ਦਿਨ ਵਾਂਗ ਸੋਹਣੀ ਲੱਗ ਰਹੀ ਸੀ ਕੱਲ੍ਹ। ਅੱਛਾ ਜੀ। ਮੁੰਡੇ ਨੇ ਬੈਠੇ ਨੇ ਲੱਭ ਲਏ ਵੀ ਉਸ ਦਿਨ ਵਾਂਗ, ਵੀ ਇਹ ਕੌਣ ਆ ਕੌਣ ਆ ਕੌਣ ਆ ਕੌਣ ਆ। ਉਹ ਜਾ ਕੇ ਪਿਛਲੀ ਜਦੋਂ ਉਹਨੇ ਫੇਸਬੁੱਕ 'ਤੇ ਕੁੜੀ ਦੀ ਮੁੰਡੇ ਦੀ ਫੋਟੋ ਦੇਖੀ ਅਤੇ ਉਹਨੂੰ ਪੁੱਛਿਆ ਵੀ ਇਹ ਕੌਣ ਹੈ ਜਿਹਨੇ ਕਮੈਂਟ ਕੀਤਾ। ਕਹਿੰਦੀ ਪਤਾ ਨਹੀਂ ਕੌਣ ਹੂੰ, ਮੈਂ ਤਾਂ ਜਾਣਦੀ ਨਹੀਂ। ਉਹਨੇ ਕੱਢ ਕੇ ਫੋਟੋ ਦਿਖਾਤੀਆਂ ਵੀ ਆ ਦੇਖੋ ਤੂੰ ਕਿਤੇ ਗਈ ਸੀ ਇਹਦੇ ਨਾਲ, ਇਹੀ ਡਰੈਸ ਤੂੰ ਉਦੋਂ ਪਾਈ ਹੋਈ ਸੀ। ਅਤੇ ਉਦੋਂ ਬਾਅਦ ਇੰਨੀ ਗੱਲ 'ਚ ਡਿਵੋਰਸ ਹੋਇਆ ਨਾ। ਯਾਨੀ ਖਿਆਲ ਕੁੜੀਆਂ ਨੂੰ ਵੀ ਰੱਖਣਾ ਚਾਹੀਦਾ ਜ਼ਿੰਦਗੀ 'ਚ। ਇੱਕ ਵੱਡੀ ਪੋਲੀਟੀਕਲ ਫੈਮਿਲੀ 'ਚ ਡਿਵੋਰਸ ਹੋਇਆ, ਵੱਡੀ ਪੋਲੀਟੀਕਲ ਫੈਮਿਲੀ, ਮੈਂ ਨਾਂ ਨਹੀਂ ਲੈਣਾ, ਸਿਰਫ ਇੰਨਾ ਕਿ ਵੱਡੀ ਭਰਜਾਈ ਜਣੀ, ਮੁੰਡੇ ਦੀ ਵੱਡੀ ਭਰਜਾਈ ਦਾ ਬਰਥਡੇ ਸੀ, ਕੇਕ ਕੱਟਣ ਲੱਗੇ ਸੀ, ਦਰਾਣੀ ਉਹਦੀ ਉੱਤੋਂ ਹਲੇ ਮੇਕਅਪ ਕਰ ਰਹੀ ਸੀ। ਬੰਦੇ ਨੇ ਆਵਾਜ਼ ਮਾਰੀ ਆ ਜਾ, ਅਕਸਰ ਆਪਾਂ ਕਹਿ ਦਿੰਦੇ ਆ ਜਾ ਹੁਣ ਲੇਟ ਹੋ ਰਹੀ ਹੈ, ਸਾਰੇ ਬੈਠੇ ਉਡੀਕ ਰਹੇ ਨੇ। ਕਹਿੰਦੀ ਜੇ ਤੈਨੂੰ ਕਾਹਲੀ ਕੱਟ ਲੈ, ਮਤਲਬ ਉਹਨੇ ਤੁਹਾਨੂੰ ਕਹਿਤਾ ਹੋਊ, ਤੁਹਾਨੂੰ ਜ਼ਿਆਦਾ ਹੀ ਚਾਅ ਚੜ੍ਹਿਆ, ਕੁਛ ਐਸੀ ਗੱਲ ਉਹਨੇ ਕਹਿਤੀ। ਇਹ ਦੈਟ ਵਾਜ਼ ਦੀ ਬਿਗਨਿੰਗ। ਇੰਨੀ ਗੱਲ 'ਤੇ ਡਾਈਵੋਰਸ ਹੋ ਗਿਆ। ਅੱਛਾ ਜੀ। ਬੋਲਣ ਤੋਂ ਪਹਿਲਾਂ ਸੋਚ ਲਓ ਵੀ ਇਹ ਤਾਂ ਕੀ ਅਸਰ ਹੋਣਾ। ਕੁੜੀਆਂ ਨੂੰ ਵੀ ਖਿਆਲ ਰੱਖਣ ਦੀ ਲੋੜ ਹੈ, ਜਿਵੇਂ ਪਤੀ ਤੇ ਪਤਨੀ ਦੇ। ਇਹ ਛੋਟੀ ਛੋਟੀ ਗੱਲਾਂ ਜੇ ਸਮਝ ਆਉਣ ਨਾ, ਤਾਂ ਮੈਂ ਸਮਝਦਾ ਇਹ ਕਦੇ ਵੀ ਕਿਸੇ ਕਿਸਮ ਦੀ ਕੋਈ ਲੜਾਈ ਨਾ ਹੋਵੇ, ਜੇ ਉਹਨਾਂ ਨੇ ਜ਼ਿੰਦਗੀ ਕੱਟਣੀ ਹੈ। ਅਤੇ ਫਿਰ ਜਿਹੜਾ ਕੰਮ ਚੱਲਿਆ ਇਹ ਬਹੁਤ ਗਲਤ ਹੈ। ਮੈਂ ਤੁਹਾਨੂੰ ਆਪ ਦੱਸਿਆ ਵੀ ਨਾ ਕਦੇ ਬੱਚੇ ਦੇ ਹੱਥ ਚੱਕੋ, ਨਾ ਕਦੇ ਔਰਤ ਦੇ ਹੱਥ ਚੱਕੋ। ਤੁਸੀਂ ਇੱਕ ਵਾਰੀ ਕੋਈ ਗੱਲ ਕਰਤੀ, ਇਹ ਜਿਹੜੇ ਸ਼ਬਦ ਨੇ ਨਾ, ਇਹ ਬਾਣੀ ਅਤੇ ਬਾਣ ਦੋਨਾਂ 'ਚ ਬਿਹਾਰੀ ਦਾ ਫਰਕ ਹੈ। ਜਦੋਂ ਤੁਸੀਂ ਕੋਈ ਬਾਣ ਛੱਡਦੇ ਹੋ ਨਾ, ਕੋਈ ਵੀ ਇੱਕ ਗੱਲ ਕਹਿ ਦਿਓ, ਦੁਬਾਰਾ ਜ਼ੋਰ ਲਾ ਲਓ, ਤੁਸੀਂ ਨਹੀਂ ਉਸ ਤਰ੍ਹਾਂ ਦੇ ਬਣ ਸਕਦੇ। ਹਾਂ, ਉਹਨੂੰ ਸਹੀ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਤੀਰ ਨਿਕਲ ਗਿਆ ਤਾਂ ਨਿਕਲ ਗਿਆ, ਅਤੇ ਫਿਰ ਤੀਰ ਛੱਡਣ ਤੋਂ ਪਹਿਲਾਂ ਸੋਚੋ ਵੀ ਮੈਂ ਆਦਮੀ ਜਾਂ ਤੀਵੀ ਨੂੰ ਕਹਿ ਕੀ ਰਿਹਾ। ਮੁੜ ਕੇ ਨਹੀਂ ਠੀਕ ਹੁੰਦੀ ਫਿਰ ਲਾਈਫ ਉਹਨਾਂ ਦੀ, ਰਹੀ ਜਾਣਗੇ। 7-8 ਐਸੇ ਪਰਿਵਾਰਾਂ ਦੀ ਕਹਾਣੀ ਮੇਰੇ ਕੋਲ ਹੈ ਜਿਹੜੇ ਇੱਕ ਛੱਤ ਦੇ ਹੇਠਾਂ ਰਹਿੰਦੇ ਨੇ ਅਤੇ ਆਦਮੀ ਤੀਵੀ ਇੱਕ ਦੂਜੇ ਦੇ ਬਿਲਕੁਲ ਵਫਾਦਾਰ ਨੇ। ਬੱਚੇ ਵੀ ਵੱਡੇ ਹੋ ਗਏ ਔਰ ਜੋ ਮਰਜ਼ੀ ਉਹਨਾਂ ਤੋਂ ਕਹਾ ਲਓ, ਕਹਿ ਦਿਓ, ਕਰ ਲਓ। ਇਸ ਤਰ੍ਹਾਂ ਦੀ ਗੱਲ, ਪੜ੍ਹੀਆਂ ਲਿਖੀਆਂ ਫੈਮਲੀਜ਼, ਇਹ ਨਹੀਂ ਵੀ ਕੋਈ ਅਨਪੜ੍ਹ ਨੇ। ਸੋ ਇਹ ਸੂਤਰ ਜੇ ਕੋਈ ਸਮਝ ਲਏ, ਜ਼ਿੰਦਗੀ ਮੇਰੇ ਹਿਸਾਬ ਨਾਲ ਉਹਦੀ ਬਹੁਤ ਵਧੀਆ। ਛੋਟੀ ਛੋਟੀਆਂ ਖੁਸ਼ੀਆਂ ਹੁੰਦੀਆਂ ਨੇ ਘਰਾਂ 'ਚ, ਛੋਟੀਆਂ ਛੋਟੀਆਂ ਖੁਸ਼ੀਆਂ, ਛੋਟੀਆਂ ਖੁਸ਼ੀਆਂ। ਹੁਣ ਮੈਂ ਤੁਹਾਨੂੰ ਦੱਸਦਾ, ਸਾਡਾ ਕੱਲ੍ਹ 1.5 ਘੰਟਾ 5 ਸਾਲ ਦਾ ਮੇਰਾ ਪੋਤਾ ਹੈ ਜੀ, ਗ੍ਰੈਂਡ ਸਨ। 5 ਸਾਲ ਦੇ ਪੋਤੇ ਨੇ 1.5-2 ਘੰਟੇ ਮੈਨੂੰ ਕਹਿੰਦੀ ਕਰਦੇ ਕੀ ਰਹਿੰਦੇ ਹੋ ਤੁਸੀਂ। ਹੁਣ ਤੁਸੀਂ ਦੱਸੋ ਵੀ ਸਾਡਾ ਕੀ ਟੌਪਿਕ 'ਤੇ ਗੱਲ ਚੱਲਦੀ ਆ। ਹੁਣ ਉੱਥੇ ਚੰਡੀਗੜ੍ਹ ਦਾ ਮਸਲੇ ਹੱਲ ਥੋੜ੍ਹੀ ਹੁੰਦੇ ਆ, ਸਾਡੇ ਆਪਦੇ ਮਸਲੇ ਨੇ। ਬਿਲਕੁਲ ਠੀਕ ਹੈ। ਹੱਸਣਾ, ਉੱਚੀ ਉੱਚੀ ਜ਼ਰਾ ਕਰਨਾ, ਲੋਕ ਇਹ ਕਹਿੰਦੀ ਆ, ਲੋਕ ਹੱਸਦੇ ਨੇ ਵੀ ਤੁਸੀਂ ਕੀ ਕਰੀ ਜਾਂਦੇ ਹੋ। ਹੁਣ ਜਿਹੜਾ ਇਹ ਹੈ ਨਾ, ਉਹ ਖੁਸ਼ੀਆਂ ਤਾਂ ਇੱਥੇ ਪਈਆਂ ਨੇ, ਛੋਟੀਆਂ ਛੋਟੀਆਂ ਖੁਸ਼ੀਆਂ ਸਾਡੇ ਘਰਾਂ 'ਚ ਨੇ। ਖੁਸ਼ੀ ਅਸੀਂ ਬਾਹਰ ਤਲਾਸ਼ਦੇ ਫਿਰਦੇ ਹਾਂ, ਅਸੀਂ ਕੱਪੜਿਆਂ 'ਚ ਲੱਭਦੇ ਫਿਰਦੇ ਹਾਂ, ਅਸੀਂ ਖੁਸ਼ੀ ਗਹਿਣਿਆਂ 'ਚ ਲੱਭਦੇ ਫਿਰਦੇ ਹਾਂ।
ਖੁਸ਼ੀ ਤੁਹਾਡੀ ਕਿਤੇ ਹੋਰ ਹੈ। ਹੂੰ ਹੂੰ ਤਾਂ ਉਸ ਛੋਟੀ ਛੋਟੀਆਂ ਗੱਲਾਂ ਨੂੰ ਜੇ ਧਿਆਨ 'ਚ ਰੱਖੀਏ ਨਾ ਤਾਂ ਮੈਂ ਸਮਝਦਾ ਜ਼ਿੰਦਗੀ ਕਮਾਲ ਹੈ। ਬਿਲਕੁਲ ਮੈਮ, ਸਰ ਨੇ ਆਪਣਾ ਗੁਰਮੰਤਰ ਦੱਸਤਾ ਨਾ, ਹੁਣ ਤੁਸੀਂ ਦੱਸੋ ਵੀ ਤੁਸੀਂ ਕਿਹੜਾ ਮਤਲਬ ਮੰਤਰ ਸੀਗਾ ਤੁਹਾਡੇ ਕੋਲੇ ਵੀ ਸਭ ਕੁਝ ਬੜਾ ਸੋਹਣਾ ਚੱਲ ਗਿਆ ਜ਼ਿੰਦਗੀ 'ਚ? ਬਸ ਮੇਰੀ ਮੰਮਾ ਨੇ ਜਿਹੜਾ ਮੈਨੂੰ ਮੰਤਰ ਦਿੱਤਾ ਸੀ ਮੈਂ ਉਵੇਂ ਹੀ ਚਲਾਇਆ। ਹਾਂਜੀ, ਕੀ ਸੀਗਾ? ਕਿਵੇਂ ਮਤਲਬ ਹੋਰ ਕੁੜੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇੰਨੀ ਸੁਖਾਵੀਂ ਜ਼ਿੰਦਗੀ ਕਿਵੇਂ ਹੋ ਸਕਦੀ ਹੈ ਹਰ ਇੱਕ ਬੰਦੇ ਦੀ? ਅਗਰ ਮਤਲਬ ਜੇ ਹਸਬੈਂਡ ਗੁੱਸੇ 'ਚ ਹੋਵੇ ਉਸ ਟਾਈਮ ਆਪ ਠੰਡੇ ਰਹੋ, ਜੇ ਮੈਂ ਵੀ ਗੁੱਸੇ 'ਚ ਆ ਜਾਂਗੀ ਫਿਰ ਗੜਬੜਾ। ਨਹੀਂ, ਤੁਹਾਡੇ ਤਾਂ ਮੈਨੂੰ ਲੱਗਦਾ ਸੁਭਾਅ ਨੇ ਹੀ ਉਹਨਾਂ ਨੂੰ ਇੰਨਾ ਕਾਇਲ ਕਰ ਲਿਆ ਹੋਣਾ ਤੁਹਾਡਾ। ਮੈਨੂੰ ਲੱਗਦਾ ਤੁਹਾਡਾ ਕੰਮ ਵੱਧ ਗਿਆ, ਜਿਵੇਂ ਇਹ ਜਵਾਬ ਦਿੰਦੀ ਹੈ ਲੀਡਰਾਂ ਵਾਂਗੂ ਸੋਚ ਕੇ ਐਡਿਟ ਕਰਨੀ ਪਊ ਇਸ ਸਪੇਸ। ਦੇਖੋ ਸਰ, ਉਹ ਬਹੁਤ ਮਤਲਬ ਇਹ ਮੈਂ ਨਹੀਂ ਕਹਿੰਦੀ ਵੀ ਹੰਡੇ ਹੋਏ ਹੋ ਨਾ, ਮਤਲਬ ਉਹ ਬਹੁਤ ਤਜਰਬਾ ਰੱਖਦੇ ਨੇ ਆਪਣੀ ਵਿਆਹਤਾ ਜ਼ਿੰਦਗੀ ਦਾ, ਤੇ ਮੈਨੂੰ ਲੱਗਦਾ ਇਹ ਬਹੁਤ ਸੋਚ ਕੇ ਬੋਲਣ ਵਾਲੀ ਜ਼ਿੰਦਗੀ ਅੱਡੀ ਸੋਹਣੀ ਲੱਗਦੀ ਹੈ। ਇਹ ਵੀ ਗੱਲ ਹੈ ਨਾ, ਤੁਸੀਂ ਕੱਲ ਨੂੰ ਕੋਈ ਮੈਂ ਤਾਂ ਸਿਰਫ ਬਾਣੀ ਤੇ ਬਾਣ ਦਾ ਫਰਕ ਸਮਝ ਲੈਣ ਲੋਕ। ਬਿਲਕੁਲ, ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ ਨਹੀਂ ਸਮਝਦੇ। ਇਹਨਾਂ ਦਿਨਾਂ 'ਚ ਮੈਂ ਇਹ 'ਤੇ ਕੰਮ ਕਾਫੀ ਕੀਤਾ, ਜਿਹੜੇ ਸਰਵੇ ਬੇਸਡ ਕੰਮ ਕੀਤਾ। ਇਹ ਨਹੀਂ ਕਿ ਮੈਂ ਆਪ ਹੀ ਕਰ, ਮੈਂ ਲੋਕਾਂ ਨੂੰ ਪੁੱਛ ਕੇ, ਔਰਤਾਂ ਨੂੰ ਪੁੱਛ ਕੇ, ਆ ਜਿਹੜੀ ਗੱਲ ਮੈਂ ਦੱਸੇ ਨੇ ਇਹ ਮੈਂ ਪੁੱਛਿਆ ਪਹਿਲਾਂ ਉਹਨਾਂ ਨੂੰ ਵੀ ਤੁਸੀਂ ਸਮਝ ਕੀ ਰਹੇ ਹੋ, ਕਿਵੇਂ ਪਤੀ 'ਚ ਕੀ ਦੇਖਣਾ ਚਾਹੁੰਦੇ ਹੋ ਤੁਸੀਂ, ਕਿਉਂਕਿ ਇੱਕ ਹਰੀਵੰਸ਼ ਰਾਏ ਪ੍ਰਾਣ ਹੈ। ਹਾਂਜੀ, ਉਹ ਪ੍ਰਾਣ 'ਚ ਪਤੀ ਪਤਨੀ ਦੇ ਟੋਟਕੇ ਦਿੱਤੇ ਹੋਏ ਨੇ। ਮੈਂ ਕਿਹਾ ਜੀ ਟੋਟਕੇ ਦੀ ਕੀ ਲੋੜ ਹੈ, ਤੁਸੀਂ ਟੋਟਕੇ ਪ੍ਰਾਣ ਵੇਲੇ ਹੁਣ ਉਹ ਕੀ ਟੋਟਕਾ ਦੇ ਰਿਹਾ? ਕਹਿੰਦਾ ਜੀ ਤਕੀਆ ਇੱਕ ਹੋਣਾ ਚਾਹੀਦਾ ਪਤੀ ਪਤਨੀ ਦਾ, ਗੱਦਾ ਇੱਕ ਹੋਣਾ ਚਾਹੀਦਾ, ਸ਼ੁੱਕਰਵਾਰ ਨੂੰ ਤੁਸੀਂ ਇੱਕ ਲਾਈਟ ਪਰਫਿਊਮ ਜਾਂ ਇਤਰ ਖਰੀਦੋ, ਹੈਂ ਜੀ, ਇੱਕ ਫੁੱਲ ਖਰੀਦੋ ਪਤਨੀ ਨੂੰ ਦਿਓ। ਮੈਂ ਕਿਹਾ ਇਹ ਗੱਲਾਂ ਪ੍ਰਾਣ 'ਚ ਪੜ੍ਹਨ ਵਾਲੀਆਂ ਨੇ। ਇਹ ਉਹ ਸਿਖਾ ਕੇ ਫਿਰ ਮੈਂ ਸਰਵੇ ਕੀਤਾ, ਉਹ 'ਚੋਂ ਆ ਨਿਕਲਦੇ ਨੇ ਵੀ ਇਹ ਤਾਂ ਕਰਦੇ ਰਹੋ, ਕਦੇ ਕਦੇ ਗਿਫਟ ਦੇ ਦਿਓ, ਜੇ ਨਹੀਂ ਵੀ ਮੰਗਦੀ ਤਾਂ ਵੀ ਦੇ ਦਿਓ, ਠੀਕ ਹੈ ਨਾ। ਕਦੇ ਕਦੇ ਗਿਫਟ, ਸਰਪ੍ਰਾਈਜ਼ ਗਿਫਟ ਤਾਂ ਕੋਈ ਉਹ ਨਹੀਂ ਹੁੰਦਾ। ਅਤੇ ਉਹ ਪ੍ਰਾਣ ਤੋਂ ਬਾਅਦ ਕਿਹਾ, ਮੈਂ ਕਿਹਾ ਉਹ ਛੱਡੋ, ਤੁਸੀਂ ਹਰੀਵੰਸ਼ ਪ੍ਰਾਣ ਛੱਡੋ, ਤੁਸੀਂ ਆਹ ਨੁਕਤੇ ਦੇਖੋ, ਇਹਦੇ ਨਾਲ ਜ਼ਿੰਦਗੀ ਬਹੁਤ ਵਧੀਆ ਬਣਦੀ ਵੀ ਹੈ। ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦੀ ਹਾਂ, ਜਿਵੇਂ ਤੁਸੀਂ ਬਹੁਤ ਚੀਜ਼ਾਂ ਲਿਖਦੇ ਹੋ ਇਹਨਾਂ ਵਿਸ਼ਿਆਂ ਦੇ ਉੱਪਰ, ਕਿ ਜ਼ਿਆਦਾਤਰ ਹਾਲੇ ਤੱਕ ਵੀ ਜਿਹੜੇ ਸਾਡੇ ਵਿਆਹ ਹੁੰਦੇ ਨੇ ਉਹ ਸਾਡੇ ਪਰਿਵਾਰਾਂ ਦੇ ਬਜ਼ੁਰਗਾਂ ਵੱਲੋਂ ਹੀ ਦੇਖੇ ਜਾਂਦੇ ਨੇ, ਮਤਲਬ ਸਾਡੇ ਮਾਂ ਪਿਓ ਵੱਲੋਂ ਹੀ ਉਹ ਰਿਸ਼ਤੇ ਲੱਭੇ ਜਾਂਦੇ ਨੇ ਜ਼ਿਆਦਾਤਰ, ਹੈ ਨਾ। ਭਾਵੇਂ ਸਮਾਂ ਬਹੁਤ ਤਬਦੀਲ ਹੋ ਗਿਆ ਪਰ ਹਾਲੇ ਵੀ ਇਹ ਚੀਜ਼ਾਂ ਹੁੰਦੀਆਂ ਨੇ। ਤਾਂ ਵਿਆਹ 'ਚ ਮੁੰਡੇ ਕੁੜੀ 'ਚ ਅਸੀਂ ਬਹੁਤ ਸਾਰੀਆਂ ਬਰਾਬਰੀਆਂ ਦੇਖਦੇ ਹਾਂ ਕਿ ਪੜ੍ਹੇ ਲਿਖੇ ਇੱਕੋ ਜਿੰਨੇ ਹੋਣ, ਸੋਹਣੇ ਵੀ ਇੱਕੋ ਜਿੰਨੇ ਦਿਸਦੇ ਹੋਣ, ਸਾਡੇ ਖਾਨਦਾਨ ਵੀ ਇੱਕੋ ਬਰਾਬਰ ਦੇ ਹੋਣੇ ਚਾਹੀਦੇ ਨੇ। ਉਹਦੇ 'ਚ ਸਭ ਕੁਛ ਮਤਲਬ ਅਸੀਂ ਸਮੇਟ ਲੈਂਦੇ ਹਾਂ, ਹੈ ਨਾ, ਚਾਹੇ ਸਾਡਾ ਧਰਮ ਹੈ, ਚਾਹੇ ਸਾਡੀ ਕਾਸਟ ਹੈ, ਕੁਛ ਵੀ ਚੀਜ਼ਾਂ ਅਸੀਂ ਇਕੱਠੀਆਂ ਕਰ ਲੈਂਦੇ ਹਾਂ ਉਹਦੇ 'ਚ। ਪਰ ਤੁਹਾਡੇ ਹਿਸਾਬ ਨਾਲ ਵਿਆਹ ਤੋਂ ਪਹਿਲਾਂ ਕਿਹੜੀ ਬਰਾਬਰਤਾ ਜਿਹੜੀ ਦੋਵਾਂ ਧਿਰਾਂ ਦੇ ਵਿੱਚ ਦੇਖਣੀ ਚਾਹੀਦੀ ਹੈ, ਜਿਹਦੇ ਨਾਲ ਇੱਕ ਵਿਆਹ ਸੱਚੀ ਸਫਲ ਹੋ ਸਕਦਾ? ਮਤਲਬ ਅਸੀਂ ਜਿਹੜੇ ਹੁਣ ਅਸੀਂ ਕਹਿੰਦੇ ਹਾਂ ਵੀ ਉਹ ਤਾਂ 6 ਮਹੀਨੇ ਬਾਅਦ ਹੀ ਉਹਨਾਂ ਨੇ ਤਾਂ ਕਚਹਿਰੀਆਂ ਦੇ ਮੂੰਹ ਦਿਖਾਤੇ, ਉਸ ਚੀਜ਼ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਦੇਖੋ, ਜਿਹੜੀ ਤਾਂ ਗੱਲ ਪਹਿਲੀ ਤਾਂ ਗੱਲ ਆ ਵੀ ਅਸੀਂ ਹਾਲੇ ਟਰਡੀਸ਼ਨ 'ਚੋਂ ਮੈਜੋਰਟੀ, ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਰੁਪਿੰਦਰ, ਮੈਜੋਰਟੀ ਹਾਲੇ ਨਿਕਲੀ ਨਹੀਂ। ਤੁਸੀਂ ਮੈਟਰਮੋਨੀਅਲ ਦੇਖੋ ਅਖਬਾਰਾਂ ਦੇ, ਸੈਟਰਡੇ ਸੰਡੇ ਦੇ ਅਖਬਾਰ ਪੜ੍ਹੋ, ਹਾਲੇ ਵੀ ਤੁਹਾਨੂੰ ਕਿਤੇ ਵੀ ਨਹੀਂ ਨਜ਼ਰ ਆਊਗਾ ਕਾਸਟ ਨੋ ਬਾਰ। ਦੋ ਗੱਲਾਂ ਪੱਕੀ ਨੇ, ਸੁੰਦਰ ਸੁਸ਼ੀਲ ਕੰਨਿਆ, ਰੰਗ ਸਾਫ, ਫੇਅਰ ਕਲਰ, ਬਿਲਕੁਲ ਫੇਅਰ ਇਨਕਮ, ਜੇ ਫੇਰ ਆ ਜੂਗੀ ਸਿਟੀ ਪ੍ਰੋਪਰਟੀ, ਰੂਰਲ ਪ੍ਰੋਪਰਟੀ, ਅਰਬਨ ਪ੍ਰੋਪਰਟੀ, ਇਹ ਉੱਥੇ ਦੇਖ ਲਓ। ਕਾਸਟ ਵਾਰ ਨੋ ਵਾਰ ਉੱਥੇ ਹੋਊ ਜਿੱਥੇ ਕਾਕਾ ਦੀ ਉਮਰ 40-45 ਸਾਲ ਤੋਂ ਉੱਤੇ ਹੋਊਗੀ, ਜਾਂ ਕਾਕੇ ਨੇ IAS ਕੀਤੀ ਹੋਈ ਹੈ ਜਾਂ ਬੀਬੀ ਨੇ IAS ਕੀਤੀ ਹੈ। ਤੇ ਇਹਦਾ ਮਤਲਬ ਕਿ ਨਾ ਅਸੀਂ ਜਾਤ ਪਾਤ ਚੋਂ ਬਾਹਰ ਨਿਕਲੇ, ਨਾ ਅਸੀਂ ਧਰਮ ਚੋਂ ਬਾਹਰ ਨਿਕਲੇ, ਨਾ ਹੀ ਇਸ ਜਿਹੜਾ ਸੋਸ਼ਲ ਐਂਗਲ ਹੈ ਪੈਸੇ ਦਾ ਉਹਦੇ ਚੋਂ ਬਾਹਰ ਨਿਕਲੇ। ਇਹ ਤਾਂ ਗੱਲ ਬਿਲਕੁਲ ਪੱਕੀ। ਪਹਿਲਾਂ ਤਾਂ ਇਹ ਦੇਖਣ ਦੀ ਲੋੜ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਇਸ ਗੱਲ ਨੂੰ ਜਿਹੜੀ ਹੈ
ਉਹ ਦੇਖੀਏ ਹਾਂਜੀ ਕਿ ਇਹਨਾਂ ਦਾ ਆ ਜਿਹੜੇ ਮੈਟਰ ਕਰਦੇ ਨੇ ਗੱਲਾਂ, ਇਹਦੇ 'ਚ ਮੁੰਡੇ ਦਾ ਪਿਓ, ਮੁੰਡੇ ਦੀ ਮਾਂ, ਕੁੜੀ ਦਾ ਪਿਓ, ਕੁੜੀ ਦੀ ਮਾਂ, ਮਾਪੇ ਇਹਦੇ 'ਚ ਇਸ ਗੱਲ ਨੂੰ ਮੰਨਦੇ ਨੇ, ਜਾਤ ਨੂੰ ਮੰਨਦੇ ਨੇ, ਧਰਮ ਨੂੰ ਮੰਨਦੇ ਨੇ। ਹੁਣ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਕਹਿੰਦੇ ਹਿੰਦੂ, ਉਹ ਕਹਿੰਦੇ ਜੀ ਅਸੀਂ ਫੇਰੇ, ਮੈਂ ਕਿਹਾ ਫੇਰੇ ਨਹੀਂ, ਤੁਸੀਂ ਚਾਹੇ ਨਿਕਾਹ ਵੀ ਕਰਾ ਲਓ, ਹੱਸਦੇ ਕਿਹਾ, ਲੇਕਿਨ ਮੈਂ ਫੇਰੇ ਜਿਵੇਂ ਉਹਨਾਂ ਨੇ ਕਿਹਾ ਉਵੇਂ ਕਰ ਲਓ, ਆਨੰਦ ਕਾਰਜ ਕਰਤੇ, ਕਿਉਂਕਿ ਅਸੀਂ ਵੀ ਤਾਂ, ਸਾਡੇ ਵੀ ਬਜ਼ੁਰਗ ਕਰਦੇ ਦੇਖਣਾ ਚਾਹੁੰਦੇ ਨੇ। ਬੰਦੇ ਨੂੰ ਖੁੱਲ੍ਹਾ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਬਿਲਕੁਲ। ਜਾਤ ਬਹੁਤ ਵੱਡਾ ਫੈਕਟਰ ਹੈ। ਜਾਤ ਤੋਂ ਬਿਨਾਂ ਜੇ ਤੁਸੀਂ ਪੇਰੈਂਟਸ, ਬਲਕਿ ਮੈਂ ਤਾਂ ਕਹਿੰਦਾ ਜਾਤ ਸਾਡੇ ਹਾਲੇ ਗਈ ਨਹੀਂ। ਜਦੋਂ ਮੁੰਡਾ ਲੋਅਰ ਕਾਸਟ ਦਾ ਹੋ ਗਿਆ ਨਾ, ਹਾਂਜੀ, ਤਾਂ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਸੱਚਮੁੱਚ ਹੀ ਨਰਕ ਬਣ ਸਕਦੀ ਹੈ, ਤੇ ਜ਼ਿਆਦਾ ਗਿੱਤੀ 'ਚ ਬਣ ਰਹੀ ਹੈ। ਜਾਤ ਨੂੰ ਦੋਨੇ ਫੈਮਿਲੀ ਜਾਂ ਤਾਂ ਜਾਤ ਨੂੰ ਨਾ ਮੰਨਣ, ਧਰਮ ਫਿਰ ਵੀ ਮਾੜਾ ਮੋਟਾ, ਲੇਕਿਨ ਧਰਮ ਦੇ ਮਾਮਲੇ ਦੇ ਵਿੱਚ ਵੀ ਜਿਹੜਾ, ਜੇ ਤੁਸੀਂ ਹਿੰਦੂ ਧਰਮ 'ਚੋਂ ਨਿਕਲੇ ਧਰਮਾਂ 'ਚ ਕਰਦੇ ਹੋ ਫਿਰ ਤਾਂ ਠੀਕ ਹੈ। ਜੇ ਕੋਈ ਹਿੰਦੂ ਮੁਸਲਮਾਨ 'ਚ ਜਾਂਦਾ ਉੱਥੇ ਵੀ ਪ੍ਰੋਬਲਮ ਆਉਂਦੀ ਹੈ। ਇਹਦਾ ਮਤਲਬ ਧਰਮ, ਜਾਤ, ਇਹ ਬਹੁਤ ਵੱਡੇ ਸਾਡੇ ਸ਼ਰਤਾਂ ਜਾਂ ਇਹਨਾਂ ਨੂੰ ਕੰਸੀਡਰ ਕਰਨ ਦੀ ਲੋੜ ਹੈ। ਤੀਜਾ ਸੋਸ਼ਲ ਸਟੇਟਸ, ਕਿੰਨਾ ਫਰਕ ਹੈ। ਜੇ ਤਾਂ ਥੋੜ੍ਹਾ ਬਹੁਤਾ ਫਰਕ ਹੈ ਉਹ ਚੱਲ ਜਾਂਦਾ, ਜੇ ਫਰਕ ਹੀ ਬਹੁਤ ਵੱਡਾ, ਜਿਹੜੀ ਇੱਕ ਬੰਦਾ ਜਿਹੜਾ ਹੈ ਅਰਬਾਂਪਤੀ ਹੈ, ਕਰੋੜਪਤੀ ਹੈ, ਦੂਜਾ ਹਜ਼ਾਰਾਂ 'ਚ ਬੈਠਾ, ਠੀਕ ਹੈ, ਉਹ ਵੀ ਨਹੀਂ ਚੱਲਦਾ। ਸੋਸ਼ਲ, ਇਹ ਗੱਲਾਂ ਸਾਡੇ ਹਾਲੇ ਚੱਲ ਰਹੀਆਂ ਨੇ। ਇਹ ਖਤਮ ਕਦੋਂ ਹੋਣਗੀਆਂ ਜਾਂ ਕਦੋਂ ਹੁੰਦੀਆਂ ਨੇ? ਜਦੋਂ ਮੁੰਡਾ ਕੁੜੀ ਦੋਨੇ ਇੱਕੋ ਕਿਸੇ ਕੰਪਨੀ 'ਚ ਕੰਮ ਕਰਦੇ ਨੇ, ਉਹ ਫਿਰ ਉਹਨਾਂ ਦਾ ਪ੍ਰੇਮ ਹੋ ਗਿਆ, ਉਹ ਆਪਸ 'ਚ ਆਪਦੇ ਪੇਰੈਂਟਸ ਨੂੰ ਕਹਿੰਦੇ ਤੁਸੀਂ ਕਰਨਾ ਕਿ ਨਹੀਂ ਕਰਨਾ, ਫਿਰ ਅਸੀਂ ਕਰਾ ਰਹੇ ਹਾਂ। ਉੱਥੇ ਤਾਂ ਚੱਲ ਰਿਹਾ ਕੰਮ। ਮੇਰੇ ਖਿਆਲ 'ਚ ਹਾਲੇ ਘੱਟੋ ਘੱਟ 50 ਸਾਲ ਜਦੋਂ ਵੀ ਪੇਰੈਂਟਸ ਦੀ ਮਰਜ਼ੀ ਨਾਲ ਹੋਣਾ ਤੇ ਇਹ ਗੱਲਾਂ ਕੰਸੀਡਰ ਹੋਣਗੀਆਂ। ਹਾਂਜੀ। ਤੇ ਇਹਨੂੰ ਬਚਣ ਲਈ ਬੱਚਿਆਂ ਨੂੰ, ਹੁਣ ਮੈਂ ਸਮਝਦਾ ਪਹਿਲਾਂ ਪਤੀ ਪਤਨੀ ਨੇ, ਬੱਚਿਆਂ ਨੂੰ ਜਿਹੜੇ ਜਿਨ੍ਹਾਂ ਨੇ ਵਿਆਹ ਕਰਾਉਣਾ, ਉਹ ਇਹ ਜ਼ਰੂਰ ਖਿਆਲ ਰੱਖਣ ਕਿ ਤੁਹਾਡੀ ਕੰਪੈਟੇਬਿਲਿਟੀ ਬਣਦੀ ਹੈ, ਤੁਹਾਡੇ ਟੇਸਟ ਮਿਲਦੇ ਨੇ। ਜੇ ਤੁਹਾਡੇ ਟੇਸਟ ਮਿਲਦੇ ਨੇ ਫਿਰ ਤੁਸੀਂ ਅੱਗੇ ਵਧੋ। ਟੇਸਟ ਦਾ ਮਤਲਬ ਕਿ ਤੁਹਾਡੀਆਂ ਹੌਬੀਜ਼, ਤੁਹਾਡਾ ਕੰਮ, ਤੁਹਾਡੇ ਤੁਸੀਂ ਕੁੜੀ ਮੁੰਡਾ ਕਿੰਨਾ ਇੱਕ ਦੂਜੇ, ਦੋਨਾਂ ਦੀ ਤਨਖਾਹ ਕਿੰਨੀ ਹੈ, ਕਿੰਨਾ ਕੁ ਫਰਕ ਹੈ। ਇਸੇ ਕਰਕੇ ਡਾਕਟਰ ਨਾਲ ਚੱਲ ਜੂਗਾ ਕਿ ਦੋਨੇ ਡਾਕਟਰ ਨੇ, ਤੇ ਪ੍ਰੋਫੈਸਰ ਕਈ ਵਾਰੀ ਪ੍ਰੋਫੈਸਰ ਨਾਲ ਚੱਲ ਜਾਂਦਾ। ਮਤਲਬ ਇੱਕੋ ਪ੍ਰੋਫੈਸ਼ਨ, ਇਕੁਅਲ ਪ੍ਰੋਫੈਸ਼ਨ, ਇੱਕੋ ਸਟੇਟਸ, ਉਹ ਚੱਲ ਸਕਦਾ। ਫਿਰ ਉਹ ਧਰਮ ਜਾਤ ਸਾਈਡ 'ਤੇ ਚਲੀ ਜਾਂਦੀ ਹੈ। ਬਿਲਕੁਲ। ਜੇ ਕੁੜੀ ਕੰਮ ਨਹੀਂ ਕਰਦੀ, ਡਿਪੈਂਡੈਂਟ ਹੈ, ਫਿਰ ਤਾਂ ਬਿਲਕੁਲ ਹੀ ਉਹਨੂੰ ਜਾਣਾ ਚਾਹੀਦਾ ਕਿਤੇ। ਕੁੜੀ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ। ਬਿਲਕੁਲ। ਫਿਰ ਉਹਦੀ ਲਾਈਫ ਜਿਹੜੀ ਹੈ ਸਹੀ ਜਾਊ, ਉਦੋਂ ਵਿਆਹ ਕਰਾਵੇ। ਤੇ ਨਹੀਂ ਤਾਂ ਭਾਈ ਸੱਚੀ ਗੱਲ ਹੈ, ਲੇਟਰ ਔਰ ਸੂਨਰ ਕੋਈ ਪ੍ਰੋਬਲਮ ਆ ਜਾਂਦੀ ਹੈ, ਜਾਂ ਉਨੀ ਜ਼ਿੰਦਗੀ ਇੰਜੋਏ ਨਹੀਂ ਕਰ ਸਕਦੇ ਤੁਸੀਂ ਬੱਚਿਆਂ 'ਤੇ ਵੀ ਤਾਂ ਅਸਰ ਦੇਖੋ ਨਾ, ਫਿਰ ਉਹਦਾ ਕੀ ਪੈਂਦਾ। ਬਿਲਕੁਲ। ਜਦੋਂ ਤੁਸੀਂ ਇਹ ਇਕੱਲਾ ਇੱਥੇ ਨਹੀਂ ਹੈ, ਜੇ ਤੁਸੀਂ ਕਿਸੇ ਬੱਚੇ ਦੇ ਸੋਸ਼ਲ ਸਟੇਟਸ ਦੇ ਮੁਤਾਬਕ ਇੱਕ ਲੋਅਰ ਕਾਸਟ ਅਪਰ ਕਾਸਟ ਨਾਲ ਮੈਚ ਹੋ ਗਿਆ, ਤੇ ਉਦੋਂ ਬਾਅਦ ਬੱਚੇ ਨੇ ਉਹਨੂੰ ਫਿਰ ਕੀ ਕਹਿਣਾ ਸੋਸ਼ਲ, ਸਾਡੀ ਸੁਸਾਇਟੀ ਜਾ ਕੇ, ਉਹ ਤੇ ਫਿਰ ਕਿਸ ਕਿਸਮ ਦਾ ਅਸਰ ਪੈਣਾ। ਉਹ ਸਾਰੀਆਂ ਗੱਲ, ਹਾਂ, ਇਸ ਕਰਕੇ ਸਾਨੂੰ ਇਕੁਐਲਿਟੀ ਜਿਹੜੀ ਹੈ ਉਹ ਦੇਖਣੀ ਬਹੁਤ ਜ਼ਰੂਰੀ ਹੈ। ਕਿਹੜੀ ਇਕੁਐਲਿਟੀ? ਸੋਸ਼ਲ, ਆਰਥਿਕ, ਸਮਾਜਿਕ ਆਰਥਿਕ, ਤੇ ਖਾਸ ਤੌਰ 'ਤੇ ਕੰਪੈਟੇਬਿਲਿਟੀ ਮੁੰਡੇ ਕੁੜੀ ਦੀ, ਧਰਮ ਤੇ ਜਾਤ, ਇਹ ਰੱਖ ਲਓ। ਮੇਰਾ ਖਿਆਲ ਹੈ ਕਿ ਫਿਰ ਖੁਸ਼ੀ ਮਿਲੇਗੀ, ਨਹੀਂ ਤਾਂ ਫਿਰ ਧੱਕਾ ਹੈ। ਜਿੰਨਾ ਫਿਰ ਕੋਰਟਾਂ ਦੇ ਕੇਸ, ਵਕੀਲ ਅਮੀਰ ਹੁੰਦੇ ਜਾਣਗੇ, ਹੋਰ ਵੀ ਰਹੇ ਨੇ ਅਮੀਰ ਇਸੇ ਇਸ਼ੂ 'ਤੇ, ਜਾਂ ਫਿਰ ਉਹ ਧੋਖਾ ਹੈ, ਇੱਕ ਦੂਜੇ ਨਾਲ ਚੱਲ ਰਿਹਾ ਸਾਰੀ ਜ਼ਿੰਦਗੀ ਦਾ ਚੱਲੂਗਾ। ਬੱਚਿਆਂ ਦੀ ਲਾਈਫ ਖਰਾਬ ਹੁੰਦੀ ਹੈ ਫਿਰ ਜਦੋਂ ਬੱਚੇ ਹੋ ਜਾਂਦੇ ਨੇ। ਤੇ ਇੱਕ ਹੋਰ ਵੀ ਮੈਂ ਫੈਕਟਰ ਦੱਸਣਾ ਚਾਹੁੰਦਾ, ਬੱਚਾ ਜਲਦੀ ਕਰਨਾ ਚਾਹੀਦਾ। ਬੱਚਾ ਇੱਕ ਕਿਸਮ ਦਾ ਤਾਲਾ ਹੈ, ਦੋਵਾਂ ਨੂੰ ਜੋੜੀ ਰੱਖਦਾ। ਜਿਹੜੀਆਂ ਫੈਮਿਲੀਜ਼ ਬੱਚਾ ਜਲਦੀ ਪੈਦਾ ਕਰਦੀਆਂ ਨੇ, ਜਿਹੜੇ ਮੁੰਡੇ ਕੁੜੀ, ਉਹਨਾਂ ਦੀ ਲਾਈਫ ਚੱਲ ਜਾਂਦੀ ਹੈ। ਬਿਲਕੁਲ।
ਜਿੱਥੇ ਬੱਚਾ ਨਹੀਂ ਆਉਂਦਾ ਉੱਥੇ ਲੜਾਈ ਵੱਜ ਜਾਂਦੀ ਹੈ। ਹਾਂਜੀ ਨਹੀਂ ਸਰ, ਬਹੁਤ ਮੈਨੂੰ ਚੰਗਾ ਲੱਗਿਆ ਨਾ। ਮੈਨੂੰ ਤਾਂ ਮੇਰੀਆਂ ਸਾਰੇ ਹੱਸਦੇ ਹੁੰਦੇ ਆ ਵੀ ਇੰਟਰਵਿਊਜ਼ ਬਹੁਤ ਲੰਮੀਆਂ ਹੁੰਦੀਆਂ ਨੇ, ਪਰ ਜਦੋਂ ਮੈਂ ਗੱਲਾਂ ਕਰਨ ਬੈਠਦੀ ਹਾਂ ਤਾਂ ਮੈਨੂੰ ਆਪ ਨੂੰ ਹੁੰਦਾ ਵੀ ਮੈਂ ਹੋਰ ਸੁਣਾ ਹੈ ਨਾ। ਅਤੇ ਤੁਸੀਂ ਮਤਲਬ ਬੜਾ ਲੰਮਾ ਸਮਾਂ ਆਪਾਂ ਨੇ ਗੱਲਾਂ ਕੀਤੀਆਂ ਨੇ, ਅਤੇ ਬੜੀਆਂ ਮੈਨੂੰ ਸੋਹਣੀਆਂ ਲੱਗੀਆਂ ਤੁਹਾਡੀਆਂ ਗੱਲਾਂ। ਜ਼ਿਆਦਾਤਰ ਮੈਂ ਜੋ ਗੱਲਾਂ ਤੁਸੀਂ ਦੱਸੀਆਂ ਵਿਆਹੁਤਾ ਜ਼ਿੰਦਗੀ ਬਾਰੇ ਹੈ ਨਾ, ਔਰਤਾਂ ਤੋਂ ਉਮੀਦ ਕਰਦੀ ਹੁੰਦੀ ਹਾਂ, ਪਰ ਮੈਮ ਹੈ ਹੀ ਇੰਨੇ ਪਿਆਰੇ ਨੇ ਕਿ ਉਹਨਾਂ ਨੂੰ ਸ਼ਿਕਾਇਤ ਹੀ ਕੋਈ ਨਹੀਂ। ਹਾਂ, ਤੇ ਨਹੀਂ, ਇਹ ਚਲੋ ਚੰਗੀ ਇਹ ਵੀ ਕਦੇ ਦੱਸਾਂਗੇ ਵੀ ਔਰਤ ਜਿਹੜੀ ਚੰਗੀ ਔਰਤ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਕਿਵੇਂ ਆਉਣਾ ਹੈ। ਹਾਂਜੀ ਇਹ ਵੀ ਕਦੇ ਨੁਕਤੇ ਦੱਸਾਂਗੇ ਵੀ ਔਰਤਾਂ ਫਸਾਉਣ ਦੀ ਗੱਲ ਨਹੀਂ ਕਰਦਾ, ਲੈ ਕੇ ਆਉਣ ਦੀ ਗੱਲ ਕਰਦਾ। ਬਿਲਕੁਲ। ਤੇ ਉਹ ਵੀ ਤਾਂ ਬੰਦੇ 'ਚ ਕੋਈ ਕੁਆਲਿਟੀ ਹੋਣੀਆਂ ਚਾਹੀਦੀਆਂ ਨੇ ਵੀ ਹਾਂਜੀ। ਕਿਵੇਂ ਕਰਨਾ ਹੈ, ਕਿਵੇਂ ਉਹਦੀ ਤੇ ਦੋਸਤੀ ਕਰਨੀ ਹੈ, ਜਾਂ ਦੋਸਤੀ ਦਾ ਲੈਵਲ ਪੱਧਰ ਕਿੱਥੇ ਤੱਕ ਹੋਣਾ ਚਾਹੀਦਾ ਹੈ। ਹਾਂਜੀ ਤੇ ਦੋਸਤੀ ਫਿਰ ਕਾਹਦੀ ਜੇ ਤੁਹਾਡੀ ਪਤਨੀ ਤੁਹਾਨੂੰ ਜਿਹੜੀ ਹੈ ਲਾਈਕ ਨਾ ਕਰੇ, ਜੇ ਕਲੇਸ਼ ਦੇ ਵਿੱਚ ਤੁਸੀਂ ਕੀ ਕਰੋਗੇ? ਹਾਂਜੀ ਤੇ ਕਾਟੋ ਕਲੇਸ਼ ਤੋਂ ਕਿਵੇਂ ਬਚਣਾ ਹੈ? ਬਿਲਕੁਲ ਨਹੀਂ, ਆਪਾਂ ਜ਼ਰੂਰ ਇਸ ਚੀਜ਼ ਤੇ ਇੱਕ ਐਪੀਸੋਡ ਕਰਾਂਗੇ ਭਵਿੱਖ 'ਚ ਹੈ ਨਾ, ਜਲਦੀ ਕਰਾਂਗੇ। ਤੇ ਅੱਜ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਤੁਸੀਂ ਬਹੁਤ ਖੂਬਸੂਰਤ ਹੋ ਦੋਵੇਂ ਜੀ, ਤੇ ਬੜੀਆਂ ਹੀ ਖੂਬਸੂਰਤ ਗੱਲਾਂ ਕਰਦੇ ਹੋ। ਇਹ ਸਨ ਡਾਕਟਰ ਹਰਜਿੰਦਰ ਸਿੰਘ ਵਾਲੀਆ ਤੇ ਉਹਨਾਂ ਦੀ ਧਰਮ ਪਤਨੀ ਸਵਰਨਜੀਤ ਕੌਰ। ਬੜੀਆਂ ਸੋਹਣੀਆਂ ਉਹਨਾਂ ਨੇ ਗੱਲਾਂ ਦੱਸੀਆਂ। ਹਮੇਸ਼ਾ ਸਾਰੇ ਵਿਆਹੁਤਾ ਜੋੜੇ ਆਪਣੀ ਜ਼ਿੰਦਗੀ ਦਾ ਤਜਰਬਾ ਇਸੇ ਤਰ੍ਹਾਂ ਦੱਸਦੇ ਨੇ, ਪਰ ਕੁਝ ਕੁ ਗੱਲਾਂ ਉਹਨਾਂ ਦੀਆਂ ਬੇਹੱਦ ਖਾਸ ਸੀਗੀਆਂ। ਉਹ ਇਹ ਸੀਗੀਆਂ ਕਿ ਜਿਹੜੀਆਂ ਗੱਲਾਂ ਨੂੰ ਅੱਜ ਦੇ ਸਮੇਂ 'ਚ ਅਸੀਂ ਨਕਾਰ ਰਹੇ ਹਾਂ, ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਅਸੀਂ ਝੁਠਲਾ ਦਿੰਦੇ ਹਾਂ, ਕਿ ਮੁੰਡਾ ਅਤੇ ਕੁੜੀ ਦੇ ਵਿਆਹ ਨੂੰ ਜਦੋਂ ਅਸੀਂ ਸੋਚਦੇ ਹਾਂ ਤਾਂ ਉਹਨਾਂ ਦੀ ਉਮਰ 'ਚ ਥੋੜ੍ਹਾ ਜਿਹਾ ਫਰਕ ਜ਼ਰੂਰ ਹੋਣਾ ਚਾਹੀਦਾ। ਬੱਚਿਆਂ ਵਾਲੇ ਫੈਸਲੇ ਨੇ ਜਿਹੜੇ ਤੁਹਾਨੂੰ ਉਹ ਜਲਦ ਲੈਣੇ ਚਾਹੀਦੇ ਨੇ, ਕਿਉਂਕਿ ਦੋਵਾਂ ਜੀਆਂ ਨੂੰ ਕਿਤੇ ਨਾ ਕਿਤੇ ਉਹ ਵੀ ਬੰਨ੍ਹ ਕੇ ਰੱਖਦੇ ਨੇ। ਮੈਮ ਨੇ ਬੜੀ ਖੂਬਸੂਰਤ ਗੱਲ ਕਹੀ ਕਿ ਜਦੋਂ ਮਰਦ ਤਲਖੀ 'ਚ ਹੋਵੇ ਤਾਂ ਔਰਤ ਨੂੰ ਚੁੱਪ ਕਰਕੇ ਸਹਿ ਲੈਣਾ ਚਾਹੀਦਾ, ਕਿਉਂਕਿ ਉਹ ਵੀ ਤੁਹਾਡੇ ਮਾਹੌਲ ਨੂੰ ਕਿਤੇ ਨਾ ਕਿਤੇ ਸਿਖਾਵਾਂ ਰੱਖਦਾ। ਉਹਨਾਂ ਦੋਵਾਂ ਨੇ ਇੱਕ ਦੂਜੇ ਦੇ ਮਿਜਾਜ਼ ਨੂੰ ਸਮਝਿਆ। ਉਸ ਤੋਂ ਇਲਾਵਾ ਸਰ ਨੇ ਹੁਣ ਦੇ ਦੌਰ 'ਚ ਜਿਹੜੇ ਅਸੀਂ ਬੇਹੱਦ ਜ਼ਿਆਦਾ ਖਰਚੀਲੇ ਵਿਆਹ ਕਰ ਰਹੇ ਹਾਂ, ਉਹਨਾਂ 'ਤੇ ਵੀ ਗੱਲ ਕੀਤੀ ਕਿ ਵਿਆਹ ਦੋ ਪਰਿਵਾਰਾਂ ਦਾ ਮੇਲ ਆ, ਦੋ ਬੱਚਿਆਂ ਦਾ ਮੇਲ ਹੁੰਦਾ। ਉਹ ਦੁਨੀਆ ਦੇ ਦਿਖਾਵੇ ਲਈ ਬਹੁਤ ਜ਼ਿਆਦਾ ਵੱਡਾ ਕਰਨਾ ਜ਼ਰੂਰੀ ਨਹੀਂ ਹੁੰਦਾ। ਉਸੇ ਪੈਸੇ ਨੂੰ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਵਰਤ ਸਕਦੇ ਹੋ। ਉਹਨਾਂ ਨੂੰ ਤੋਹਫੇ ਦੇ ਰੂਪ 'ਚ ਉਹ ਸਭ ਚੀਜ਼ਾਂ ਦੇ ਸਕਦੇ ਹੋ ਜਿਨ੍ਹਾਂ ਨੂੰ ਲੈ ਕੇ ਉਹ ਪੂਰੀ ਜ਼ਿੰਦਗੀ ਚਿੰਤਤ ਰਹਿੰਦੇ ਨੇ। ਉਮੀਦ ਹੈ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਤੋਂ ਜ਼ਰੂਰ ਕੁਝ ਨਾ ਕੁਝ ਸਿੱਖੋਗੇ। ਮੈਂ ਹਮੇਸ਼ਾ ਸਿੱਖਦੀ ਹਾਂ, ਇਸੇ ਲਈ ਉਮੀਦ ਕਰਦੀ ਹੁੰਦੀ ਹਾਂ ਕਿ ਇਹ ਪ੍ਰੋਗਰਾਮ ਦੇਖਣ ਵਾਲੇ ਵੀ ਜ਼ਰੂਰ ਸਿੱਖਣ। ਅਗਲੀ ਵਾਰ ਫਿਰ ਤੋਂ ਇੱਕ ਖੂਬਸੂਰਤ ਜੋੜੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।